ਲੱਗ ਜਾਂਦਾ ਯਾਰ। ਉਹ ਆਰਟੀਫੀਸ਼ੀਅਲ ਥੋੜੀ ਹੱਥ ਨਾਲ ਲਾਣਾ ਥੋੜੀ ਪੈਂਦਾ ਜਿਸ ਵੇਲੇ ਬੰਦੇ ਦਾ ਨਜ਼ੂਲ ਨਾ ਆਖੋ ਆਮਦ ਆਖੋ। ਉਹ ਆਮਨ ਤੇ ਨਜ਼ੂਲ ਜਿਹੜੇ ਸ਼ੁਅਰਾ ਨੇ ਉਹਨੂੰ ਨਜ਼ੂਲ ਤੇ ਆਮਦ ਕਹਿੰਦੇ ਨੇ ਨਾ। ਕਿਰੇ ਨਜ਼ੂਲ ਕਿਰੇ ਆਮਦ ਹੈ। ਜਿਸ ਵੇਲੇ ਗੱਲ ਕਰਨ ਤੇ ਦਿਲ ਹੋਵੇ ਨਾ ਤੇ ਉਹ ਗੱਲ ਇੰਨਾ ਅਸਰ ਰੱਖਦੀ ਏ ਕਿਉਂਕਿ ਉਹ ਦਿਲ ਚੋਂ ਨਿਕਲਦੀ ਵੀ ਹੁੰਦੀ ਹੈ ਨਾ। ਉਹ ਇੰਨਾ ਅਸਰ ਰੱਖਦੀ ਏ ਕਿ ਜਿੰਨਾ ਉਹ ਅੰਡਿਆਂ ਦੇ ਉੱਤੇ ਉਹ ਸੇਕ ਮਸ਼ੀਨ ਮਾਰਦੀ ਹੈ ਤੇ ਅੰਡਿਆਂ ਦੇ ਵਿੱਚੋਂ ਚੂਚੇ ਚੂੰ 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 ਕਰਕੇ ਬਾਹਰ ਨਿਕਲਦੇ ਨੇ। ਇੰਝ ਉੱਤੇ ਆਉਂਦੇ ਨੇ ਬੰਦੇ। ਵੇਖ ਲਿਆ ਤੁਸੀਂ ਆਪਣੀਆਂ ਅੱਖਾਂ ਨਾਲ ਸਬੂਤ। ਮੈਂ ਕਹਿ ਰਿਹਾ ਸੀ ਕਿ ਮਰਜ਼ਾਈ ਮੈਨੂੰ ਕਹਿੰਦੇ ਨੇ ਕਿ ਸਾਨੂੰ ਮਰਜ਼ਾਈ ਨਾ ਆਖ, ਅਸੀਂ ਅਹਿਮਦੀ ਹਾਂ। ਤੇ ਮੈਂ ਕਿਹਾ ਇਹੋ ਹੀ ਗੱਲ ਹੋ ਰਹੀਆਂ ਨੇ ਆਖੀ ਸੀ। ਅਖਬਾਰ ਮੈਂ ਪੇਸ਼ ਕੀਤਾ 1927 ਦਾ ਦਸੰਬਰ ਦਾ। ਮੈਂ ਕਿਹਾ ਲਿਖਿਆ ਲਾਹੌਰੀਆਂ ਨੇ ਆਖਿਆ ਸਾਨੂੰ ਗੈਰ ਮੁਬਾਏ ਕਿਉਂ ਲਿਖਤੇ ਹੋ। ਉਹ ਅਸੀਂ ਮੁਬਾਏ ਹਾਂ, ਅਸੀਂ ਬੈਤ ਕੀਤੀ ਏ। ਮੌਲੀ ਮੁਹੰਮਦ ਅਲੀ ਲਾਹੌਰੀ ਦੀ ਬੈਤ ਕੀਤੀ ਅਸੀਂ। ਪਹਿਲਾਂ ਮਿਰਜ਼ਾ ਸਾਹਿਬ ਦੀ ਅਸਾਂ ਬੈਤ ਕੀਤੀ। ਗੈਰ ਮੁਬਾਏ ਕਿਉਂ ਲਿਖਦੇ ਹੋ ਸਾਨੂੰ, ਅਸੀਂ ਅਹਿਮਦੀ ਹਾਂ, ਸਾਨੂੰ ਲਾਹੌਰੀ ਅਹਿਮਦੀ ਆਖੋ। ਇਹਨਾਂ ਪਤਾ ਕੀ ਜਵਾਬ ਦਿੱਤਾ? ਇਹ ਨਹੀਂ, ਇਹ ਜਿਹੜਾ ਕਹਿੰਦਾ ਨਾ ਮੁਹੰਮਦ ਫਿਰ ਉਤਰ ਆਏ ਹੈ ਹਮੇ ਔਰ ਆਗੇ ਸੇ ਹੈ ਬੜਕਰ ਆਪਣੀ ਸ਼ਾਮ ਹੈ। ਇਹਨੇ ਇਹ ਮੁਫਤੀ ਸੀ ਨਾ ਇਹਨਾਂ ਦਾ ਅਕਮਲ। ਇਹਨੇ ਆਖਿਆ हैरान हूं मैं आपकी जुल्फों को देखकर, इनको घटा कहूं तो घटाऊं को क्या कहूं। कहंदा जे तन्नू अहमदी आखां ते जेड़े अहमदी ने उन्हां नूं की आखां। मैं क्या ਇਹੋ ਹੀ ਜਵਾਬ ਮੇਰਾ ਸਦਕੇ ਜਾ ਇਸ ਦਲੀਲ ਦੇ ਇਹੋ ਹੀ ਜਵਾਬ ਮੇਰਾ। ਮੈਂ ਕਿਹਾ ਬਈ ਜੇ ਤੁਹਾਨੂੰ ਮੁਸਲਮਾਨ ਆਖੀਏ ਤੇ ਜਿਹੜੇ ਮੁਸਲਮਾਨ ਨੇ ਉਹਨਾਂ ਨੂੰ ਫਿਰ ਕੀ ਆਖੀਏ। ਉਹਨਾਂ ਨੂੰ ਕੀ ਆਖੀਏ। ਬਿਲਕੁਲ ਇਹੋ ਹੀ ਜਵਾਬ ਮੇਰਾ कि हैरान हूं मैं आपकी जुल्फों को देखकर, इनको घटा कहूं तो घटाऊं को क्या कहूं। को क्या कहूं। अगर मिर्जाइयां ਨੂੰ ਮੁਸਲਮਾਨ ਕਹਾਂਗੇ ਤੇ ਫਿਰ ਮੁਸਲਮਾਨਾਂ ਨੂੰ ਕੀ ਆਖਾਂਦੇ ਜਾਂ ਮੁਸਲਮਾਨਾਂ ਨੂੰ ਫਿਰ ਕੀ ਆਖਾਂਦੇ। ਮਿਰਜ਼ਾਈ ਹੈ, ਮਿਰਜ਼ਾਈ ਨੇ ਇਹਨਾਂ ਤੇ ਸਬੂਤ ਪੇਸ਼ ਕੀਤਾ ਹੈ। ਜਾਂ ਸਬੂਤ ਪੇਸ਼ ਕੀਤਾ ਹੈ। ਉੱਥੇ ਜਨਾਬ ਚੀਕਾਂ ਨਿਕਲਦੀਆਂ ਨੇ। ਇਸ ਗੱਲਾਂ ਦੇ ਨੇ ਇਹਦੇ ਨਾਲ ਗੱਲ ਨਹੀਂ ਕਰਨੀ ਹੈ। ਬਾਕੀ ਜਿਹੜਾ ਇਹਨਾਂ ਦੇ ਮਿਰਜ਼ਾ ਸਾਹਿਬ ਨੂੰ ਉਹ ਵੀ ਆਖੇ ਨਾ ਗਾਫ ਅਲਫ, ਉਹਨੂੰ ਫੋਨ ਕਰਕੇ ਬੁਲਾ ਕੇ ਆਂਦੇ ਨੇ ਇਹਨੂੰ ਬੁਲਾਓ, ਇਹਦੇ ਨਾਲ ਗੱਲ ਕਰਨੀ। ਕਿਉਂ? ਇਹਨਾਂ ਨੂੰ ਗਾਲ ਦਾ ਮਸਲਾ ਨਹੀਂ ਹੈ, ਨਾ ਇਹਨਾਂ ਨੂੰ ਗਾਲ ਲੱਗਦੀ ਹੈ, ਨਾ ਇਹ ਗਾਲ ਨਾਲ ਕੋਈ ਗੁੱਸਾ ਕਰਦੇ ਨੇ। ਇਹ ਯਰਕਦੇ ਨੇ ਸਿਰਫ ਔਰ ਸਿਰਫ ਗੱਲਾਂ ਤੋਂ, ਦਲਾਇਲ ਤੋਂ। ਇਹਨਾਂ ਨੂੰ ਪਤਾ ਕਿ ਇਹ ਗੱਲਾਂ ਦਾ ਸਾਡੇ ਕੋਲ ਜਵਾਬ ਹੀ ਹੈ ਨਹੀਂ। ਅਸੀਂ ਉਹ ਮੁਤਾਲਬਾ ਪੇ ਕਰਦੇ ਹਾਂ ਇਹਦੇ ਕੋਲੋਂ, ਮੁਖਾਲਫ ਕੋਲੋਂ, ਜਿਹੜਾ ਅਸੀਂ ਕਰ ਨਹੀਂ ਸਕਦੇ। ਅਸੀਂ ਇਹਦੇ ਨਾਲ ਉਹ ਜ਼ਿੱਦ ਪੇ ਕਰਨੇ ਆ ਜਿਹੜੀ ਕਿ ਬੋਧੀ ਜ਼ਿੱਦ ਹੈ, ਗਲਤ ਜ਼ਿੱਦ ਹੈ। ਇਹ ਤੇ ਸਾਡੇ ਆਪਣੇ ਖਿਲਾਫ ਜਾਂਦੀ ਪਈ। वो मुर्दा वो है जो दलील से मुर्दा है, तो मिर्जाई दलील नाल मुर्दा साबित हो चुका। बेशक बेशक। तो लेकिन ये ਇਹਨਾਂ ਦਲੀਲਾਂ ਚੋਂ ਅਗਰ ਦਲੀਲ ਕੁਰਾਨ ਦੇ ਦੇਾਂਗੇ, ਹਦੀਸ ਦੀ ਦੇਾਂਗੇ ਤੇ ਕੁੱਤੇ ਨੂੰ ਮਤਲਬ ਇਹ ਘਿਓ ਦੇਈਏ ਤੇ ਉਲਟੀ ਕਰ ਦਿੰਦਾ। ਪਤਾ ਜੇ ਕੁੱਤੇ ਨੂੰ ਘਿਓ ਹਜ਼ਮ ਨਹੀਂ ਹੁੰਦਾ। ਜਿਸ ਤਰ੍ਹਾਂ ਤੈਨੂੰ ਕੀਤੀ ਸੀ ਉਲਟੀ ਨਾ। ਇਹਨਾਂ ਨੂੰ ਕੁਰਾਨ ਔਰ ਹਦੀਸ ਨੂੰ ਦਲੀਲ ਦੇਣ ਦੀ ਬਜਾਏ ਮੈਂ ਦੇਣਾ ਇਹਨਾਂ ਨੂੰ ਦਲੀਲਾਂ ਇਹਨਾਂ ਦੀਆਂ ਕਿਤਾਬਾਂ ਚੋਂ। ਅੱਛਾ, ਅਮਰ ਅਲ ਫਜ਼ਲ ਅਖਬਾਰ ਚੋਂ ਪਿੱਛੇ ਆਕਸਫੋਰਡ ਯੂਨੀਵਰਸਿਟੀ ਦੇ ਬੰਦੇ ਪੜੇ ਹੋਏ ਬੈਠੇ ਤੇ ਇਹ ਵਿਚਾਰਾ ਟੱਟਾ ਜਿਹਾ ਆਪਣੀ ਤਸਵੀਰ ਲਾ ਦਿੱਤੀ। ਚੂੰ 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 ਅੰਡਿਆਂ 'ਚ ਚੂਚੇ ਨਿਕਲਣ ਸ਼ੁਰੂ ਹੋ ਗਏ। ਉਹ ਆਕਸਫੋਰਡ ਯੂਨੀਵਰਸਿਟੀ ਦੇ ਪੜੇ ਹੋਏ ਨੇ ਪਿੱਛੇ। ਤੂੰ ਟਰੱਕ ਵੇਖੋ ਜੋ ਚੂਚੇ ਸਾਰੇ ਬਾਹਰ ਨਾ ਆ ਗਏ, ਸਾਰੇ ਅੰਡੇ ਸਹੀ ਨਿਕਲਣ। ਕੋਈ ਗੱਲ ਰਲਦੀ ਹੈ। कसमे खुदा की सुबह बरेलवी तेनू काफिर मुर्ताद नहीं कह रहे। दूसरी बरात कैसर मलिक भाई वो बंदे जो दो ढूंढ रहे हो, ये अल्लाह ताला की सजा नहीं है कि देवबंद तुम्हारे भाई तुम्हें काफिर मुर्ताद ज़िंदगी कह रहे हैं। ये अल्लाह ताला की सजा नहीं है। दलील सदाकत सुनो। ओ बरेलवी कह रहे हैं ओ बुढ़ा साहब आप तेरे हार्ट अटैक हो जाएगा। ओ कैसर मलिक भाई ओ बुढ़ा तेरा हार्ट अटैक हो जाएगा। तू अपना अमन नज़ीर और बरेलवी तेनू काफिर मुर्ताद कसमे खुदा दी दूसरी बरात ते कहंदे क्या अल्लाह ताला की। मैं क्या जेड़ा बशीरुद्दीन महमूद अहमद ने आख्या है, जेड़ा बशीरुद्दीन महमूद अहमद ने आख्या कि तुसी गिद्दड़ हो सारे, ये ठीक है गल के गलत है तो जवाब दे दे। ओ एक बंदा ते बता दे मलक कैसर दी गिनती च ये मुर्ताद को जमात मलक साहब दी गिनती भी यार हुंदी भी है। ओ 49 बंदे कर दे यार। ਮੈਂ ਕਿਹਾ ਜਿਹੜਾ ਯੂਨੀਵਰਸਿਟੀ ਦੇ ਪਿੱਛੇ ਪੜੇ ਹੋਏ ਨੇ। ਤੂੰ ਟਰੱਕ ਡਰਾਈਵਰ ਆ, ਤੂੰ ਰੇਲ ਡਰਾਈਵਰ ਆ। ਭਾਈ ਦੋ ਬੰਦੇ ਚਾਹੀਦੇ ਨੇ। ਹੋਰ ਜ਼ਮੀਨ ਆਸਮਾਨ ਦਾ ਫਰਕ ਆ ਯਾਰ।
ਇਹਨੂੰ ਚੁੱਪ ਕਰਾਓ ਤੇ ਮੈਂ ਜੇ ਨਾ ਇਹਦੇ ਕੋਲੋਂ ਖਵਾਇਆ ਤੇ ਮੇਰਾ ਨਾਮ ਬਦਲ ਦਿਆ ਸਿਰਫ ਚੁੱਪ ਦੀ ਗਰੰਟੀ ਤੁਸੀਂ ਕਹਿੰਦੇ ਹੋਏ ਨੇ ਇਹਨੂੰ ਆ ਕੋਈ ਗੱਲ ਵਾਰੀ ਨਾ ਕਰ ਫਿਰ ਉਹ ਖੁਦਾ ਦੇ ਚੁੱਪ ਕਰਦਾ ਹੀ ਨਹੀਂ ਹੈ ਇਹਨੂੰ ਚੁੱਪ ਕਰਾਓ ਤੇ ਮੇਰੇ ਕੋਲ ਗੱਲ ਸੁਣੇ ਜੇ ਆਪਣੇ ਆਪ ਨੂੰ ਇਹਨੇ ਗਿੱਦੜ ਨਾ ਆਖਿਆ ਤਾਂ ਮੈਨੂੰ ਜੁਰਮਾਨਾ ਪਾਓ ਪੜ੍ਹੇ ਲਿਖੇ ਬੰਦੇ ਹੋ ਐਡਾ ਵੱਡੀ ਪਹਾੜ ਵਰਗੀ ਗੱਲ ਸਾਹਿਬ ਪੜ੍ਹੇ ਲਿਖੇ ਬੰਦੇ ਹੋ ਤੁਸੀਂ ਕਹਿਣੀ ਹੈ ਇਹ ਪਹਾੜ ਵਾਲੀ ਗੱਲ ਤਰੀਕਾ ਨਹੀਂ ਹੈ ਕਹਿਣੀ ਹੈ ਅਮਰ ਭਾਈ ਜਿਹੜੀ ਮਸ਼ੀਨ ਕੁਝ ਅੰਡੇ ਕੱਢਦੀ ਹੈ ਨਾ ਕੁਝ ਬੱਚੇ ਸਹੀ ਨਿਕਲਦੇ ਨੇ ਕੁਝ ਅੰਡੇ ਖਰਾਬ ਨਿਕਲ ਆਉਂਦੇ ਨੇ ਐਸੇ ਤਰ੍ਹਾਂ ਫਿਰ ਗੰਦ ਪਾਉਂਦੇ ਨੇ ਆ ਕੇ ਮੌਲਾਨਾ ਅਮਨ ਨਜ਼ੀਰ ਉਹ ਅਮਨ ਨਜ਼ੀਰ ਜੜਾਂ ਵਾਲੇ ਤੂੰ ਆਪਣਾ ਵਾਕਿਆ ਦੱਸ ਜੜਾਂ ਵਾਲੇ ਜਦੋਂ ਤੂੰ ਨਮਾਜ਼ ਪੜ੍ਹਨ ਗਿਆ ਬਰੇਲਵੀ ਨੇ ਤੈਨੂੰ ਧੱਕਾ ਮਾਰ ਕੇ ਕੱਢਿਆ ਨਹੀਂ ਉਹ ਗੱਲ ਸੁਣਾ ਜ਼ਰਾ ਜਦੋਂ ਤੂੰ ਗਿਆ ਪਾਕਿਸਤਾਨ ਸੁਣਾ ਗੱਲ ਉਹ ਜਦੋਂ ਤੂੰ ਨਮਾਜ਼ ਪੜ੍ਹਨ ਗਿਆ ਵਾ ਬਰੇਲਵੀਆਂ ਦੀ ਮਸਜਿਦ ਤੈਨੂੰ ਧੱਕੇ ਮਾਰ ਕੇ ਕੱਢਿਆ ਨਹੀਂ ਉਹਨੇ ਬਾਹਰ ਸੁਣਾਵਾ ਮੈਂ ਜੜਾਂ ਵਾਲੇ ਦਾ ਵਾਕਿਆ ਸੁਣਾਵਾ ਦੱਸ ਖਾ ਕਸਮ ਇਹ ਤੇ ਗਲਤ ਗੱਲ ਆ ਖਾ ਕਸਮ ਇਹ ਤੇ ਗਲਤ ਗੱਲ ਆ ਉਹਨਾਂ ਨੇ ਧੱਕੇ ਮਾਰ ਕੇ ਕੱਢਿਆ ਜੜਾਂ ਵਾਲੇ ਦੇ ਵਿੱਚ ਮਿਰਜ਼ਾ ਮਹਿਬੂਬ ਨੇ ਜਿਹੜੀ ਅੱਗ ਲਾਈ ਹੈ ਮਿਰਜ਼ਾ ਮਹਿਬੂਬ ਨੇ ਜਿਹੜੀ ਅੱਗ ਲਾਈ ਹੈ ਮਾਰ ਕੇ ਨੂੰ ਬਾਹਰ ਕੱਢਿਆ ਵਾ ਕਿ ਖਬਰਦਾਰ ਸਾਡੀ ਮਸਜਿਦ ਪਲੀਤ ਕਰ ਦਿੱਤੀ ਮੈਂ ਸੁਣਾ ਦਿੰਦਾ ਮਸਜਿਦ ਸਾਫ਼ ਕੀਤੀ ਬਰੇਲਵੀਆਂ ਨੇ ਇਸ ਕੋ ਪੁੱਛ ਨਹੀਂ ਵਾਕਿਆ ਹੋਇਆ ਜਦੋਂ ਛੁੱਟੀਆਂ 'ਚ ਗਿਆ ਸੀ ਉਹਨਾਂ ਨੂੰ ਕਿਸੇ ਨੇ ਪਤਾ ਦੱਸੇ ਅਮਰ ਨਜ਼ੀਰਾ ਉਹਨਾਂ ਨੇ ਧੱਕੇ ਮਾਰ ਕੇ ਬਾਹਰ ਕੱਢਿਆ ਕਿ ਬਰੇਲਵੀਆਂ ਦੀ ਸਾਡੀ ਮਸਜਿਦ ਪਲੀਤ कर देती है सफ़ा धोतियाँ उन्होंने यार ये अल्लाह ताला की सज़ा नहीं है आपको फिर भी नहीं आपको समझ आती और भाई दूसरी बरात पर बरेलवी तुम्हें काफिर जंदीक मुर्तद कह रहे हैं लेकिन तुम ढीठ फिर भी अहमदियों के पीछे पड़े हुए हो और वो तो तुम्हारे भाई हैं और भाई भी किसी को काफिर मुर्ताद जंदीक कहता है वो तो लेकिन तुम्हें कह रहे हैं ये तुम गुसल खाने में बड़े हुए थे देख रहे थे आमिर को क्या हुआ ये अल्लाह की सजा है निदार फायदा तो ने ਤੁਹਾਡੇ ਰਿਸ਼ਤੇਦਾਰ ਨਹੀਂ ਨਿਦਾਰ ਫਾਇਦਾ ਤੁਹਾਨੂੰ ਕੰਜਰ ਕਹਿ ਰਹੇ ਹੋ ਚੌਹਾਨ ਬੁੱਢੜ ਤੈਨੂੰ ਐਵੇਂ ਹਾਰਟ ਅਟੈਕ ਹੋ ਜਾਏਗਾ ਬੁੱਢੜ ਉਹ ਹਰਾਮੀ ਕੰਜਰ 80 ਸਾਲ ਦਾ ਤੇ ਨਿਦਾਰ ਕਹਿ ਰਹੀ ਹੈ ਤੁਸੀਂ ਕੰਜਰ ਖਾਨਾ ਖੋਲਿਆ ਓਏ ਗੱਲ ਸੁਣੋ ਬੁੱਢੜ ਝਾਨਾ ਤੇਰਾ ਪੱਤ ਨਿਕਲਣ ਡਿਆ ਚੁੱਪ ਕਰਕੇ ਪੱਤ ਨਿਕਲਣ ਡਿਆ ਪੱਤ ਕੱਢਣਾ ਓਏ ਮਰ ਜੇ ਓਏ ਤੈਨੂੰ ਕੰਜਰ ਖਾਨਾ ਖੋਲ ਕੇ ਬੈਠਾ ਹੈ ਮਿਰਜ਼ਾ ਮਸਰੂਰ ਕੰਜਰ ਨੂੰ ਤੁਸੀਂ ਸਰਦਾਰ ਬਣਾਇਆ ਆਪਣਾ ਉਹ ਤੁਹਾਡੇ ਵਰਗੇ ਕੰਜਰ ਪੈਦਾ ਕਰ ਰਿਹਾ ਅੱਗੋਂ ਤੇ ਕੰਜਰਾਂ ਦਾ ਸਰਦਾਰ ਤੇ ਤੁਹਾਨੂੰ ਨਿਦਾ ਕਹਿ ਰਹੀ ਹੈ ਤੁਹਾਡੀ ਆਪਣੀ ਧੀ ਭੈਣ ਕਹਿ ਰਹੀ ਹੈ ਕਿ ਕੰਜਰ ਖਾਨਾ ज्यादा बात नहीं कर सकता कंजर खाना खोलिया है हर कोई लगा हुआ है हर कोई लगा हुआ है तेरा मिर्जा मसरूर मैं बिल्कुल मुर्ताद से बात नहीं कर सकता जिसको हम जमात से हजम सीमा ने फरमाया था कि गंदे फलों को निकाल दिया जाएगा हजम सीमा ने फरमाया था कि गंदे फलों को निकाल दिया जाए मिर्जाई कंजर खाना औकात है हजरत अमीर तेरे अर्गे मिर्जाई कंजर खाना की बात है अल्लाह ताला कंजर खाना खोल के बैठे हो मिर्जाइयों गंदे कादियान च खोले है एक लंदन च खोले है गंदे फालो एक तुसी रब्बा च कंजर खाना खोले है तुम्हें जड़ा वालों की तू मस्जिद से कंजर और तेरे कंजरा नाल मेरा कोई जड़ा की ताल्लुक है से निकाला कि नहीं कंजर मिर्जाइयां नाल मेरा कोई ताल्लुक नहीं है ये कोई शक नहीं जा बुड्ढड़ कंजर मिर्जाइयां नाल मेरा कोई ताल्लुक नहीं हिंदी गोली खा वो कंजर मिर्जाई ओए आलम चाह कंजर मिर्जाई ओ कंजर मिर्जाई ओ कंजर मिर्जाई तारक जो है ना गाल ना कर मेरा सवाल तेरी दलील गौर से सुन लो कंजर मिर्जाई मेरी गल नहीं सुनेगा कंजर मिर्जाई ओ कंजर मिर्जाई मेरी गल नहीं सुनेगा ओ कंजर मिर्जाई ओ कंजर मिर्जाई कंजर मिर्जाई कंजर मिर्जाई कंजर खाना कंजर मिर्जाई कंजर खाना कंजर खाना खोला हुआ है सवाल लगा हुआ है सवाल यही रहेगा मेरा कंजर खाना खोला हुआ है हर कोई अहमदी अखलाक ते चेक करो अहमदी अखलाक चेक करो कंजर खाना खोला हुआ हर कोई लगा हुआ जवाब दे दो प्लीज मेरे सवाल का जवाब अहमदी अखलाक मेरे सवाल साहब आप पढ़े लिखे बंदे हो यार प्लीज मेरे साहब आप पढ़े लिखे बंदे हैं साडे सवाल दा जवाब तेरा प्यो आके देगा तेरा मिर्जा मसरूर कंजर देगा जवाब साडे सवालां दे नहीं देनी मेरे सवाल का जवाब साडे सवालां दे जवाब ਤੁਹਾਡਾ ਮਿਰਜ਼ਾ ਮਸਰੂਰ ਕੰਜਰ ਦੇਗਾ ਰਾਇਲ ਮਿਰਜ਼ਾਈ ओ बुड्ढड़ चाह राहिल मिर्जाई तुम्हें निकाला हुआ जमात से राहिल मिर्जाई कंजर तेरे कंजरा ਦੇ ਉੱਤੇ ਮੈਂ ਲਾਨਤ ਪਾਈ ਹੈ तुम अमरूद कंजर मिर्जा मसरूर ਤੇ ਵੀ ਲਾਨਤ ਪਾਈ ਤੇ ਤੁਹਾਡੇ ਸਾਰੇ सिस्टम ਤੇ ਲਾनत पाई है कंजर लाहौर राहिल कंजर दूसरे के सवाल राहिल कंजर दूसरे से निकाला और राहिल कंजर दूसरे के सवालों का जवाब तुम कब दोगे आमिर राहिल कंजर राहिल कंजर सवाल का जवाब दो
कंजर खाना तुमने क्यों खोला है बताओ। चौहान कंजर खाना खोलना क्यों है मुझे बताओ। चौहान क्या अंकल जरूरत थी चौहान अंकल की हो गया है, चौहान कंजर अंकल खाना खोलने की चौहान जरूरत क्या अंकल की हो गया है, चौहान अंकल की हो गया ਤੁਹਾਨੂੰ ਇਹਨੂੰ ਹੀ ਮਨਾ ਮੈਨੂੰ ਦਿਓ ਤਾਂ ਕੁਛ ਨਹੀਂ ਹੋਇਆ ਇਹਨੂੰ ਹੀ ਮਨਾ ਦਿਓ ने ਤੁਸੀਂ ਕੰਜਰ ਖਾਨਾ ਖੋਲਿਆ ਕਿਉਂ ਹੈ ਮੈਂ ਤਾਂ ਕਹਿੰਦਾ ਕੀ ਜ਼ਰੂਰਤ ਹੈ ਕੰਜਰ ਖਾਨਾ चौहान अंकल बस कर दो यार, चौहान अंकल ना करया करो अभी जी, बात गल्ला करें ना ना करया कंजर करो। खाना। मेरी बात सुने आप भी बस करें कंजर खाना बंद कर दे मसले खत्म हो जाएगा। एक अच्छा कर कंजर देते हैं कर देते हैं तो चलो तुसी ठीक है। खामोश हो एक जाओ, कंजर खाना तुसी रवा खामोश हो जाओ, कर कार्डिलन देते हैं। में और एक लंदन में, ये तीनों कंजर खाने बंद करें ताकि मरीज कंजर ठीक है, इनमें कर से देते पैदा हैं। ना हो। ओके कर देते हैं, तुसी खामोश हो जाओ, तुसी खामोश हो जाओ, कर देते हैं ठीक है। जी, दूसरी गल करो, दूसरी गल करो, दूसरी गल करो। आप दूसरी बड़ी सिंपल सी बात है, आप इंसान है या गीदड़ है, बस इतनी सिंपल सी बात। कौन मर गया, कौन मर गया? सवाल ये है कि आप गीदड़ हैं कि शेर हैं। आवाज भी प्यार नहीं। आवाज में ये पूछा जा रहा है आपसे कि आप गीदड़ हैं कि शेर हैं। आवाज नहीं प्यार नहीं। फिर बात नहीं थले ला दियो तो कान ठीक है। ਮਸਰੂਰ ਹੈ ਕਿ ਕੌਣ ਹੈ? ਸੂਰਾਂ ਦਾ ਸੂਰ ਹੈ ਮਿਰਜ਼ਾ ਮਸਰੂਰ, ਉਹਦਾ ਆਵਾਜ਼ ਆਈ ਹੈ ਕਿ ਨਹੀਂ ਆਈ ਹੈ? ਅਮਰ ਭਾਈ ਪੁੱਛਿਓ ਜ਼ਰਾ। मिर्जा मसरूर कंजर खाना का सरदार है, ये आवाज आई है। साहब तुसा तजर्बेकार बंदे हो, इसने कन्ना च फेरो कुछ। हाँ जी रहील मिर्जा मसरूर कंजर खाना का सरदार है, आवाज आई। डोरा हो ये गया। भी आवाज बंद हो गई, बोलती बंद हो चले गई। छोड़े, ये गिल मैन मानो साहब हैं, कोई आप अपना माइक खोल दें भाई, तारुफ करा दे फिर हम अपनी बात शुरू करें। गिल मैन मानो, गिल मैन। अस्सलाम वालेकुम वरहमतुल्लाहि वबरकातुहू। वालेकुम सब भाई कैसे हैं, खैरियत से हैं? शुक्र अल्हम्दुलिल्लाह। ये आपने लगाया है मिर्जाइयों और इनके अकाबरीन को दावत इस्लाम। जी भाई, वो तो यार कुरान को भी तोड़ मरोड़ के बयान कर रहे होते हैं, तो वो बेचारे क्या उनके अंदर इस्लाम जाएगा, क्या वो समझेंगे, क्या सोचेंगे। अगले दिन एक बंदा मुझे कह रहा था जी सूरह तहरीम की आयत नंबर 10-11 जो है वो, उस मामले में मैंने एक बात पढ़ी थी कहीं पर कि जो इनका मिर्ज़ा साहब था वो हालत मरमियत में, फिर उसको रूह फूंकी गई हज़रत ईसा की, फिर उसके बाद वो बाहर आए, फिर 10 महीने के प्रेग्नेंट रहे, हमल रहा, फिर उसके बाद इस तरह की कोई बात लिखी हुई थी पूरी। तो मुझे चंद अल्फाज यही याद हैं, तो इस बारे में मैंने उनसे सवाल किया तो वो मुझे आगे ये आयत बयान करने लग गए, सूरह तहरीम की आयत 10-11। तो फिर वो भी मैंने खोल के पढ़ी और उनको सुनाई भी सही। तो उसमें आपको पता है कि जब अरबी पढ़ते हैं तो उसमें एक एक लफ्ज़ का ख्याल रखा जाता है, हर बंदा अपनी मर्ज़ी का तर्जमा नहीं कर सकता। एक एक वर्ड, फ़ेल कहाँ है, फ़ाइल कहाँ है, मफ़ूल कौन सा है, सीगा कौन सा चल रहा है, ये ज़मीर किस तरफ जा रही है, कौन सी ज़मीर है। तो बहरहाल मैंने जो अपने नज़दीक रिज़ल्ट निकाला है कि वो तो अपनी मर्ज़ी का ही तर्जमा और तशरीह करके बैठे रहते हैं, तो फिर किस तरह हम उनको कहें कि यार आए बैठे हमारे साथ बात करें। आपकी मेरा बात तो ये- उन्होंने नहीं मानी। जी मैंने तो पूरी कुरान निकाली है, वो पूरा आयत पढ़ी है, एक एक वर्ड बाई वर्ड उनको आप बताया कि आप ये जानते तर्जमा हैं अरबी ग्रामर को जानते हैं? जी मैं जानता हूँ, तो मैं बता रहा हूँ आपको। तो एक एक मैं वैसे बच्चों को तो वहाँ पर पढ़ाता सूरह हूँ। तहरीम की आयत में क्या जिक्र है, थोड़ा बताएं हैं ग्रामर की रूह से, लुगत की रूह से। वो उसमें जिक्र था कि हजरत आसिया के बारे में कि उसने शर से पनाह मांगी, फिरौन के शर से,
اور پھر آگے حضرت مریم کے بارے میں اس طرح کا ذکر تھا. تو اس میں ایک ورڈ تھا فی ہی کی جو ایک ضمیر تھی وہ اس کو لوٹا کے جا رہے تھے پچھلی آیت میں، جبکہ اس کا بنتا ہی نہیں ہے کہ اگلی آیت کی ضمیر پچھلی آیت میں چلی جائے. وہاں ذکر ہو رہا ہے حضرت آسیہ کا، یہاں ذکر ہو رہا ہے حضرت مریم کا، تو وہ کافی تضاد ہے. پھر میں نے تشریح بھی پڑھی ہے مختلف علماء کی، تفاسیر بھی پڑھی ہیں ساتھ ساتھ. ایسا نہیں ہے کہ صرف ایک ترجمے کے اوپر ہی بیٹھ گیا ہوں کہ نہیں جی بس جو میں ترجمہ کر رہا ہوں وہی ٹھیک ہے، اس پر بھی نہیں. تو میں نے اس کی پوری تحقیق کی دونوں آیاتوں کی. میری عرض سن لیں ایک دفعہ. گل صاحب یہ بتائیں کہ سورہ تحریم کی اس آیت میں اللہ تعالیٰ نے مثال ایک پیش کی ہے نا کافروں کی بھائی اور پھر مثال مومنوں کی. پیش ہو رہی ہے مریم کی اور حضرت آسیہ کی. یہاں سے مرزا صاحب کو حمل کدھر سے ہو گیا ہے؟ نہیں وہ یار تو کوئی ٹھیک ہے، وہ تو میں جو بات پوچھ رہا ہوں وہ یہ ہے کہ کافروں کی مثال کس سے دی ہے اور مومنوں کی مثال کس سے دی ہے، یہ بتائیں. کیا بات کر رہے ہیں؟ سورہ تحریم میں کافروں کی مثال کس سے دی ہے اور مومنوں کی مثال کس سے دی ہے؟ کس سے کا کیا مطلب؟ مجھے بات سمجھ نہیں آ رہی آپ کی. وہاں پر ایک مثال ہے نا ضرب اللہ مثلا ہے نا الفاظ، جی جی بالکل. وہ ایک مثال اللہ تعالیٰ نے کافروں کی بیان کی ہے اور ایک مومنوں کی بیان کی، ایسا ہی ہے. ہاں ٹھیک ہے. کافروں کی مثال کیا ہے اور مومنوں کی مثال کیا دی؟ تو اس کا مطلب آپ نے وہ تفصیلیں پڑھی ہوئی ہے. میں اب دوبارہ وہ آیت نکال کے لے آؤں آپ کو پھر پڑھ کے دوبارہ سناؤں؟ آپ یہی چاہ رہے ہیں؟ میرے سامنے ابھی نہیں رکھی ہوئی فی الحال. ابھی تو آپ فرما رہے تھے کہ آپ بات کر کے آئے ہیں ان کے ساتھ، کل کی ہے، جی جی کب میں کی نے ہے آپ نے تفصیلاً بات کی ہے. میں نے اپنا نتیجہ آپ کو عرض کیا ہے کہ میں نے یہ نتیجہ اخذ کیا ہے کہ اس میں کوئی اس جیسی بات نہیں مل رہی کہ آپ اس آیت کو لے کے جائیں اور ادھر مرزا صاحب کے ساتھ حالت مرمیت میں یا جس طرح جو انہوں نے لکھا ہے کہ اس کے ساتھ ملائیں اور اس کے ساتھ تشبیہ دیں. اس طرح کی کوئی تشبیہ بنتی ہی نہیں ہے کسی بھی لحاظ سے. اگر آپ یہاں پہ کافروں کی مثال لیتے ہیں یا آپ وہ جس طرح حضرت آسیہ نے وہ اللہ سے مانگا کہ مجھے اس کے شر سے محفوظ فرما، یا جس طرح وہ حضرت مریم کی آگے مثال دی مومنین کی، تو اس میں میں نے جو نتیجہ اخذ کیا وہ میں عرض کر رہا ہوں کہ اس میں کوئی آپس میں ملاپ ہی نہیں ہوتا اس ورڈ کا کہ جو انہوں نے اپنی ایک کتاب میں لکھا اور جو میں نے وہاں سے پڑھ کے اس کے ساتھ ڈسکس کی وہاں پر. محترمہ گل صاحب، مومنوں کی مثال آسیہ سے اور سیدہ مریم سے دی گئی ہے یا نہیں دی گئی؟ عامر بھائی میں کچھ کہہ سکتا ہوں؟ میری بھی بات ہوئی تھی قادیانیوں سے اسی ٹاپک پہ. جی جی بولیں. جزاک اللہ سر وہ شیخ عبد النام کی ایک آئیڈیا اس سے میری بات ہوئی تھی. اس نے کہا تھا یہ جو سورہ تحریم کی 2 آیتیں جن کا بھائی ابھی ذکر کر رہے ہیں، ایک میں مثال دی جا رہی ہے کہ مومن مردوں کی، ٹھیک ہے، کہ جیسے کہ حضرت آسیہ رضی اللہ عنہ اور حضرت بی بی مریم رضی اللہ عنہ کا علیہ السلام کا ذکر ہے، اور کفار کا ذکر بتایا گیا ہے حضرت لوط علیہ السلام کی بیوی اور حضرت نوح علیہ السلام کی بیوی. ان کے یعنی کہ وہ یہ حوالہ دے رہے تھے کہ جو مومن مرد ہوتے ہیں وہ اس طرح کی نیک عورتیں ہوتی ہیں، اس لیے مرزا صاحب کو حمل ٹھہرا تھا. یہ اس چیز کو وہ دلیل بناتے ہیں سر. تو یہاں پر تو مثال کسی اور چیز کے لیے دی جا رہی ہے کہ یعنی کہ ان کا غیر مسلم جو مرد تھے اس کے باوجود ان کے نہیں اثر ہوا، اور حضرت بی بی مریم علیہ السلام جو ہیں وہ ایک پاک دامن عورت تھی. اور پھر جو نوح علیہ السلام یا لوط علیہ السلام کی وائف ہے، ان کا نسبت ایک نبی کی ساتھ بھی ہونے پر بھی ان کی اپنی نافرمانی کی سزا ان پر سے ٹلی نہیں ہے. یہ تو اللہ پاک میرے خیال سے، میرے حساب سے اللہ پاک یہ بتایا اللہ نے قرآن پاک میں، لیکن وہ اس کو دوسری سائڈ پر لے کر جاتے ہیں. ایک بات کا اضافہ بھی کر دوں میں آپ کے علم میں کہ ایک ہوتی ہے مثال ہوتی ہے سمجھانا، اور ایک ہوتا ہے مثل کا مطلب ہوتا ہے اس جیسا،
اور مثال ہوتی ہے ایک طرح سے سمجھانے کا ایک طریقہ کار ہوتا ہے کہ مثال، میں مثال دے رہا ہوں یہ بات ہے، میں مثال دے رہا ہوں یہ بات ہے. ایک دوسرا ورڈ ہوتا ہے عربی میں مثل، مثل کا مطلب اس جیسا. تو ان دو ورڈز میں بھی تھوڑا سا سمجھنے کی ضرورت ہے. تو بہرحال میں نے اپنا نتیجہ جو اخذ کیا وہ میں نے عرض کر دی ہے. بات یہ ہے کہ مثال جب دی جاتی ہے تو وہ بھی تو اس جیسا ہی ثابت کرنے کے لیے مثال دی جاتی ہے نا، کہ دیکھو جس طرح یہ ہے اسی طرح وہ ہے، ثابت کرنے کے لیے مثال یہی دی بات تو میں یہیں پہ تو روک دی ہے نا میں نے، معذرت کے ساتھ. میں کہہ رہا ہوں آپ سمجھے نہیں میری بات کو، پھر سے سمجھیں ایک دفعہ. میں عرض کر رہا ہوں مثال، مثال ہوتی ہے ایک دفعہ آپ کو سمجھانے کی کہ یار مثال کے طور پر غلمان کافر تھا، مثال کے طور پر غلمان پھر مسلمان ہوا، مثال کے طور پر وہ اندھا تھا پھر آنکھیں ملی، مثال کے طور. اب دوسری جگہ پہ کہا جاتا ہے غلمان کا بیٹا مثل ہے غلمان کی طرح، یعنی پوری ساری چیزیں پھر وہ اس کے بیٹے کی ویسی ہی ہو گئی نا جس طرح اس کے بیٹے اس کے باپ کی ہے. مثل اور مثال میں تھوڑا سا فرق یہ ہے، میں یہ بتانا چاہ رہا تھا. چلیں یہ تو ایک الگ بات ہے کہ دونوں میں سملیرٹی شو کرنے کے لیے ہی مثل کا لفظ یا مثال کا لفظ استعمال کیا جاتا ہے، تھوڑا یا بہت ایک الگ بات ہے، لیکن سملیرٹی شو کرنے کے یہ مثل یا مثال کا لفظ استعمال ہوتا ہے. میں نے آپ سے 3-4 دفعہ پوچھا تو اتنی دیر میں یہ محافظ بھائی ہیں انہوں نے ہمیں بتا دیا کہ سورہ تحریم میں جو آیت ہے وہ یہ ہے کہ مومنوں کی مثال حضرت آسیہ جیسی ہے اور حضرت مریم جیسی ہے، مومنوں کے ایمان کی مثال. اس کو وہ بنیاد بناتے ہیں اور وہ کہتے ہیں کہ ایسا ہو سکتا ہے کہ مومن مرد کی مثال مومنہ عورت کے ساتھ دی گئی ہے قرآن میں، یہ وہ کہنا چاہتے ہیں. آپ کا اس پر کیا اچھا میں آپ سے یہ پوچھ لوں، آپ قادیانی ہیں؟ ہاں قادیانی کہہ دیں نہیں، میرے کہہ دینے سے کوئی کچھ نہیں ہوتا، میں آپ سے پوچھ رہا ہوں. بھائی جان آپ نے اتنی آپ کو یہ وضاحت کرنے کی کوشش کی کہ آپ کی کوئی گفتگو ہوئی ہے کسی مرزائی سے، اس گفتگو کو آپ سم اپ کر کے خلاصہ بیان نہیں کر سکتے. کتنی بار تو آپ سے پوچھا ہے بھائی جان ہماری رہنمائی کریں، اگر آپ گرامر جانتے ہیں، اگر آپ نے باقاعدہ چلے میں کر دیتا ہوں. آپ مجھے پتا ہے کہ آپ جو بھی انسان ہیں اللہ آپ کو جزائے خیر دے، آپ پھر اسی بات کو بار بار رگڑا لگائیں گے، میں آپ کو وہ بھی بیان کر دیتا ہوں. لیکن میری عرض ہے کہ کیا آپ قادیانی ہیں؟ میں کہتا ہوں کہ ایک بات آپ نے علمی نقطہ بیان کرنا ہے. آپ کے سامنے اگر کوئی مسلمان ہوگا تو وہ اس کو اچھا سمجھ کے پکڑ لے گا، وہ بھی کسی کے آگے بیان کرے گا. اگر قادیانی ہوگا تو اس کی اصلاح کے لیے بھی آپ بات کر رہے ہیں، تو یہ کیا فرق پڑتا ہے اس سے کہ آپ کے سامنے قادیانی بیٹھا ہوا یا مسلمان بیٹھا ہوا؟ یعنی آپ بتانا پسند نہیں فرما رہے؟ اس کی ضرورت نہیں ہے نا. جو بات آپ نے کی ہے، جب آپ نے کی ہے تو اس وقت تو آپ نے نہیں پوچھا کہ میں قادیانیوں کی براڈ پہ آیا ہوں کہ مسلمانوں کی براڈ پہ آیا ہوں، یہ میرے سے آپ نے تو آ کے بتا دیا کہ میں گیا تھا قادیانیوں کی براڈ پر اور وہاں میری ان کے ساتھ یہ بات ہوئی ہے. اس اچھا وقت تو آپ نے صحیح سے پوچھیں تو مجھے یہ بھی کنفرم نہیں ہے کہ میں کس براڈ پہ بیٹھا ہوں. میں نے آگے یہ لکھا ہوا دیکھا ہے تو میں 2 سیکنڈ کے لیے رک گیا ہوں. اسی بات کی تو 2 سیکنڈ رک جاتا ہوں، میں ذرا بات تو سن لوں یہاں پہ کیا بات ہو رہی ہے. اسی بات کی تو داد بنتی ہے، اسی بات کی تو میں داد دینا چاہ رہا ہوں نا آپ کو. اسی لیے تو میں بار بار کہہ رہا ہوں کہ آپ بیان فرمائیں، کیونکہ کل بھی ایک ہمارے بھائی ہیں، مسلمان بھائی ہیں، انہوں نے مرزائیوں کی براڈ پر جا کر جو کچھ کہنا تھا کہہ دیا. اس کے بعد کوئی 5-6 دن کے بعد ہمیں ملے کل، تو انہوں نے ہمیں بتایا کہ مجھے تو یہ بھی نہیں پتا تھا وہ مرزائی ہیں سارے.
میں تو ان کو بھائی بھائی کہہ رہا تھا کہ میں تمہارے ساتھ ہوں، تم میرے بھائی ہو، اس معاملے میں تمہارے ساتھ ہوں، نبی پاک کی گستاخی ہو رہی ہے تو ہم اس کی ایسی کی تیسی پھیر دیں گے۔ مرزائیوں کے ساتھ مل کے کسی مسلمان کی منجی ٹھوک رہے تھے، پتہ ہی نہیں کہ یہ مرزا، کہتے مجھے تو پتہ ہی نہیں کہ یہ مرزائیوں کی براڈ ہے۔ ایسے ہی آپ کا حال ہے کہ آپ ابھی تک کنفیوز ہیں، آپ کو پتہ نہیں ہے کہ یہ براڈ مسلمانوں کی ہے یا مرزائیوں کی ہے، لیکن آپ نے جو آتے ہی بیان فرمانا شروع کر دیا کہ آپ کی کسی مرزائی سے بات ہوئی ہے اور آپ نے یہ دلیلیں دی ہیں، تو ہم تو وہ سمجھنا چاہ رہے ہیں۔ اچھا چلیں، نہیں پتا تھا، اب پوچھ لیا ہے تو کوئی اللہ معاف کرے گناہ تو نہیں ہو گیا، تو پوچھ لیا، اب اگر آپ اچھا سمجھتے ہیں تو بتا دیجئے۔ میں نے بتا دیا نا بھائی جان کہ اگر آپ کے سامنے قادیانی یہاں بیٹھے ہوں گے تو ان کی اصلاح ہو جائے گی، مسلمان بیٹھے ہوں گے تو وہ بھی آپ سے علم حاصل کر کے کل کو آپ کی طرح بات بیان کر لیں گے، جس طرح آپ کر کے آئے ہیں مرزائیوں کے ساتھ۔ ہاں وہ تو نیچے بھی بیٹھ کے سن رہے ہوں گے، میں آپ سے مخاطب ہوں۔ نیچے مرزائی بیٹھے ہوئے ہیں، قادیانی بیٹھے ہوئے ہیں، بالکل صحیح بات۔ لیکن اس وقت میں تو آپ سے مخاطب ہوں نا، اسی لیے میں پوچھنا چاہ رہا ہوں۔ جناب میں کہہ رہا ہوں کہ میری عرض ہے اگر آپ مناسب سمجھتے ہیں تو۔ غلمان صاحب آپ کو اتنے کھلے اشارے دے رہے ہیں وہ بھائی، آپ ابھی تک نہیں سمجھ رہے، لکھا ہوا بھی پڑھ رہے ہیں، وہ باتوں میں بھی آپ کو بتا رہے ہیں، آپ ماشاءاللہ نقطہ دان ہیں سارا کچھ، لیکن اس کے باوجود آپ سمجھ نہیں پا رہے اتنی دیر سے، وہ قادیانی اور مسلمان کا لفظ بھی استعمال کر رہے ہیں۔ بالکل صحیح فرما رہے ہیں آپ۔ اشاروں میں دل لینے والے، بتا یہ ہنر تو نے سیکھا کہاں سے؟ ایسے ہی ہے، آپ کے اشارے بھی کیا کمال اشارے ہیں، اشاروں میں دل لینے والے، میں سب کچھ آپ نے بیان کر دیا۔ بتا یہ ہنر تو نے سیکھا کہاں سے؟ اللہ دا فضل، اللہ دا فضل ہے، بہت ہی فضل ہے۔ اس ਭਾਈ ਨੂੰ ਚਾਹੀਦਾ ਕਿਸੇ ਕਾਦੀਆਨੀ ਦੀ ਬਰਾੜ ਤੇ ਜਾ ਕੇ ਸਿਰਫ ਨਾਂ ਲੈ ਦੇ, ਤੈਨੂੰ ਪਤਾ ਚੱਲ ਜਾਏਗਾ ਕੀ ਹੋਇਆ। چڑھتے ساتھ تو پہلے غلمان صاحب کا وہ پوچھتے نا، بتائیں آپ کا فرقہ کون سا ہے؟ سارے کام کر کے دیکھ لیے مرتضی وان بھائی، سارے کام ہم نے کر کے دیکھ لیے۔ محمد الرسول اللہ میرا یہ فرقہ ہے فائنلی۔ کون سا فرقہ ہے آپ کا؟ لا الہ الا اللہ محمد الرسول اللہ، بس یہی ایک فرقہ ہے۔ آپ کا یہ فرقہ ہے۔ اس فرقے کے لوگ کہاں پر پائے جاتے ہیں؟ ان سے پوچھ لیں کہ یہ مرزا غلام احمد صاحب کو دجال اور قذاب مانتے ہیں کہ نہیں؟ وہ تو چٹپٹ کہہ دیں گے، آپ کو نہیں سمجھ آ رہا، آپ ہی بولے بادشاہ، چٹپٹ کہہ دیں گے قذاب دجال مانتے ہیں۔ میں تو اس کو جانتا ہی نہیں ہوں، اور آپ کہتے ہیں آپ اس کو کیا مانتے ہیں؟ وہ کہتے ہیں جانتا نہیں۔ مجھے ضرورت ہی نہیں ہے اس کو جاننے کی۔ بھائی جو بندہ قرآن کو غلط تعویلیں کر کے اس کے الٹے پلٹے ترجمے کر کے اور خود ایک صاحب بن کے بیٹھ جائے اور آپ کہیں کہ یار آپ اس کو جانتے ہیں کہ نہیں جانتے، ابھی آپ نے کہا میں جانتا نہیں ہوں، مجھے ضرورت ہی کیا ہے ایسے بندے کو جاننے کی جو کوئی بندہ غلمان مسلمہ صاحب قذاب کی طرح میرے نبی کریم صلی اللہ علیہ وآلہ وسلم کے سامنے کھڑا ہو جائے، مجھے ضرورت کیا ہے اس بندے کے جاننے کی؟ میں کہہ رہا ہوں کہ اگر کوئی بندہ آپ کے والد صاحب کو گالیاں دے یا خدا نخواستہ قتل کر دے تو آپ سے کوئی بندہ پوچھے اس بندے کے بارے میں تو آپ کیا کہیں گے؟ میں اس کو جانتا ہی نہیں ہوں۔ ہاں، جو بندہ میرے والد صاحب کو قتل کرے گا اور جو بندہ میرے والد صاحب کو گالیاں دے گا، آپ کے خیال میں کیا میں اسی طرح جواب دوں گا، ریئیکٹ کروں گا کہ میں اس کو جانتا ہی نہیں ہوں؟ کیا ریئیکٹ کریں گے؟ کیسے ریئیکٹ کریں گے؟ اگر وہ قتل کرے گا تو سامنے اس کو قتل کا بدلہ قتل ہی کروں گا۔ ہاں، اس کو قاتل قرار دیں گے اور اس سے قتل کا بدلہ لیں گے؟ نہیں، قرار نہیں دوں گا، میں اس کو کروں گا قتل جا کے بھائی جان، قرار دینا تو دور کی بات ہے نا۔ ظاہر ہے قتل کرنے سے پہلے آپ کے ہاتھ میں ایک لاجک کا جسٹیفیکیشن ہوگی نا کہ میں اس کو اس لیے قتل کر رہا ہوں کیونکہ وہ میرے باپ کا قاتل ہے۔ ہاں، لیکن یہاں تو آپ کہہ رہے ہیں کہ میں اس کو جانتا ہی نہیں،
جس نے نبی صلی اللہ علیہ وسلم کی تعلیمات کو بدلا، قرآن اور حدیث کو بدلا، سنت کو بدلا، شریعت کو بدلا، میں تو اس کو جانتا ہی نہیں۔ پڑھ لیا، ایک دفعہ سن لیا، اب مجھے اس کے بارے میں جاننے کی ضرورت ہی نہیں پیش آ رہی نا، اسی لیے میں کہہ رہا ہوں کہ مجھے ضرورت ہی پیش نہیں آتی۔ اگر آپ کو ضرورت نہیں، اگر آپ کو اس کے بارے میں جاننے کی ضرورت نہیں تو جس براڈ پر مرزائیوں کے بارے میں ایک میسج لکھا ہوا ہے اس براڈ پر آپ کیوں تشریف لائے ہیں؟ آخر کوئی وجہ تو ہے نا، اس دلچسپی کی وجہ سے ہی آئے ہیں نا، آپ کو اس موضوع میں کوئی دلچسپی ہے تو آپ تشریف لائے نا۔ ہاں، میرے علم میں جو تھا وہی میں بیان کرنے آیا تھا، میرے علم میں یہ بات تھی اور میں نے بیان کر دی۔ آپ کے علم میں یہ بات کون سی تھی جو بیان کیا آپ نے ابھی تک؟ تو میں نے جو نتیجہ اخذ کیا تھا وہی نتیجہ بیان کر دیا ہے۔ بھائی جو نتیجہ آپ نے اخذ کیا تھا وہی تو سننے کے لیے ہم ہمتن گوش ہیں اس وقت کے۔ وہی میں عرض کر رہا ہوں، وہ نتیجہ میں نے یہ اخذ کیا ہے کہ وہ وہاں پر جو بات ہو رہی تھی وہ لے کے اپنے برابر انہوں نے کنورٹ کر کے اور خود کو جو ہے وہ انہوں نے یہ قرار دے دیا کہ نہیں جی، اگر سب مومنین کے بارے میں یہ بات ہے تو بسم اللہ، یہ میرے بارے میں بھی یہ آیت ہے تو ماشاءاللہ میں بھی نبی ہوں۔ یہ تو ان کی کاروائی آپ سنا رہے ہیں نا، ہم آپ کی کارکردگی دیکھنا چاہتے ہیں، آپ کی کارکردگی کیا ہے؟ میں نے اپنا نتیجہ بیان کیا بھائی جان، اب پوری تمہید کہاں سے لے کے آؤں دوبارہ میں آپ کو شروع کر دوں؟ اب اتنی چھوٹے چوزے تو آپ بھی نہیں ہیں، اگر آپ سمجھدار تو آپ بھی ہیں ماشاءاللہ۔ وہ آپ بیان کر کے ہمیں سمجھانے کی بجائے آپ ہمیں صرف یہ نتیجہ اپنی بتا رہا ہوں، مجھے ضرورت نہیں ہے آپ کو سمجھانے کی، آپ ماشاءاللہ مجھ سے زیادہ اہل علم ہیں اور سمجھدار ہیں اور عمر میں بھی شاید زیادہ ہوں گے آپ، عمر تو میری سب سے زیادہ ہے سوائے چوہان دیکھے صاحب ہوں گے۔ کے، عمر تو میری آپ ہاں، سب سے زیادہ ہے۔ اور دنیا کے لیکن اتار بات یہ چڑھاؤ ہے بھی بہت دیکھے ہوں گے، اگر آپ تو میں نے اپنا نتیجہ بیان کیا ہے۔ ہاں ٹھیک ہے، اگر صرف نتیجہ ہی بیان کرنا ہے کہ آپ نے مرزائیوں کو پشت کے بل گرا دیا، لاجواب کر دیا، ان کے چھکے چھڑا دیے، تو لائیں سرٹیفکیٹ میں اس پر دستخط کر دیتا ہوں کہ آپ ونر ہیں، آپ چیمپئن ہیں، آپ شاندار مجھے ضرورت نہیں ونر ہونے کی، اگر میں ونر بھی ہو جاؤں تو آپ نے کون سا مجھے بہت بڑا انعام اٹھا کے دے دینا ہے یا کسی سے میں نے انعام لے لینا ہے، بیٹا پھر بھی میں نے ادھر ہی رہنا ہے۔ صرف میں اپنے ایک دل کی خواہش آپ کو بیان کرنے آیا ہوں کہ میری بھائی ہمارے بات سامنے یہ خواہش اسی لیے بیان کریں تاکہ ہم تعریف کریں اور کہیں کہ آپ نے بہت اچھا کنکلوژن بیان کیا ہے، آپ نے اگر بہت آپ اچھا نہ نتیجہ۔ بھی تعریف آپ اگر نہ بھی تعریف کریں تب بھی مجھے کوئی فرق نہیں پڑے گا، اگر کر بھی دیں گے تو آپ کی مہربانی ہے۔ یار ہم وکیل تھوڑی ہیں، ہم کر دیں گے، ہمیں تعریف کرتے ہوئے ہماری زبان کی حصے کی کر دیں گے ہم۔ میں تو کہہ رہا ہوں کہ آپ کاغذ لائیں، میں دستخط کر دیتا ہوں اس پر کہ آپ نمبر 1 مجاہد ختم نبوت ہیں، آپ جیسا سر کوئی ہے ہی میں نہیں ٹک کدھر آ ٹاک۔ جاؤں اپنی سند لے کے، کہاں پہ آ جاؤں سائن کروانے؟ میں ادھر ہی کر دیتا ہوں، وہ آج کل تو ڈیجیٹل آ گئے ہیں سائن ہے، وہ آپ لے کر اس کے اوپر لگا لیں، سند کے اوپر۔ نہیں، آپ کہتے ہیں تو میں ادھر چل کے ہی آ جاتا ہوں۔ نہیں میں اٹلی میں ہوں، آپ پتہ نہیں کہاں پر ہیں، میرے پاس آپ نہیں آ سکیں گے۔ میں پاکستان میں ہوں۔ ہاں تو آپ سے 5-6 ہزار کلومیٹر دور میں بیٹھا ہوں، کیسے آئیں گے؟ یہ بات بڑی سوچنے کی ہے کہ اتنی دور میں کیسے آ سکتا ہوں۔ میں سگنیچر کر کے ڈیجیٹلی سینڈ کر دیتا ہوں، وہ اوپر لگا لیں اپنی سند کے اوپر۔ ہاں، یہ بات بہت اچھی رہے گی میرے خیال سے۔ لیکن یہ سند ہم سارا دن شائع کرتے ہیں اجرا کر، یہ یاد رکھیں کہ یہ سند صرف آپ کو نہیں اچھا ملے سر، گی۔ یہ سند کا مجھے فائدہ کیا ہوگا پھر؟ یہ بھی ذرا بتا دیجئے۔ یہ تو آپ کو سوچنا ہے نا، سند کے طلبگار تو آپ ہی ہیں نا، آپ نے ہمیں آ کے بتایا کہ میں نے مرزائیوں کے چھکے چھڑائے ہیں، ان کو اگر لاجواب اتنی بڑی سند آپ جاری کر دیں گے تو صاف ظاہر ہے اس کا پھر مجھے کوئی فائدہ بھی تو ملنا چاہیے نا۔ ہوگا، کوئی نہ کوئی فائدہ ہوگا، تبھی تو آپ ہم سے سند کے طلبگار ہوئے نا۔ آپ نے ہمیں آ کے بات سنائی کس لیے؟ اسی لیے تاکہ ہم تعریف کریں، تو ہم تعریف کرنے میں کوئی بخیل نہیں ہے۔ میری بات ہم سنیے، سر اگر آپ انہوں سے نے بہت چھکے مہربانی چھڑائے کہ ہیں آپ نے تو کر میں دیا۔ یہاں پہ بیٹھا ہوا ہوں، میرے چھکے چھڑا کے دیکھیں۔ ہاں، آپ کی ایک مرزائی قادیانی سے بات کروا دیں، چھکے چھڑا لیں گے اس کے، ہاں جی، ہمارے سامنے چھکے سر چھڑائیں اس کو۔ آؤ جی، سر اگر چھکے ادھر چھڑاؤ۔ مجھے سامنے مل جاتے ہیں یہاں پر پاکستان میں تو شاید ویڈیو کال کر کے میں آپ کو دکھا دیتا ہوں کہ کس طرح میں چھکے چھڑا سکتا ہوں۔ میں یہاں نہیں، وہ بیٹھا ہوا ویڈیو ہوں، کال میرے میں چھکے چھڑاؤ بھائی۔
آپ ویڈیو کال میں چھری ماریں گے، پتھر ماریں گے، اس کے بعد آپ تھانے کے حوالات کے اندر بند ہوں گے، اور وہاں پر نہیں ایک میں وہ نہیں ہوتا انجینئر بند محمد علی مرزا بھائی، رہ کے آیا نا، ایسا وہ نہیں کہتا ہوتا ہے نا کہ پھر. جدھر وہ ٹوائلٹ والی سیٹ ہوتی ہے نا، سن تو لیں، وہ جو ہاں ٹوائلٹ ہاں، والی سیٹ ہوتی ہے نا لگی ہوئی، کہتا ہے اس کے ساتھ ٹوٹی لگی ہوتی ہے، ادھر پلیٹ دھونی پڑتی ہے، وہ پلیٹ کھانے والی اپنی. تو میری جان ادھر ایسا بھی نہیں ہے کہ ہر بندہ منہ اٹھا کے جیل میں چلا جائے، ایسا بھی نہیں نہ ہو سکتا. چیل مین کافر، یہ کافر چیل پاکستان مین، ہے میری جان، یہ اٹلی میرے ساتھ نہیں بات ہے. کرو چیل مین، اچھا آپ میں ایم تمہیں پی کافر ایم این اے سمجھتا کے ہوں، کوئی ہوں گے رشتہ دار؟ بھائی ہم تو میرے غریب آدمی چھکے ہیں، ہمیں تو چھڑاؤ، پکڑ لیں گے. چیل مین کافر، میرے چھکے چھڑاؤ. یہ طارق چوہان نام کے قادیانی ہیں، ان کے چھکے چھڑائیں، ہم میوٹ کرتے ہیں. ذرا دیکھیں تو صحیح آپ نے وہاں پر کیسے نہیں دلیل ذرا ان کو دی ان کو ہوگی. طارق صاحب کو کہیں ذرا ادھر پاکستان کسی ایک قادیانی کے تو ایڈریس دے دو مجھے، پھر ویڈیو یہ کال ہے کے میں تمہاری دکھا دلیل، دیتا ہوں تمہیں کس طرح ایڈریس چھکے تو دیکھ میں چھڑاتے. دے دیتا ہوں، میں گجرات سے ہوں، میرے رشتہ دار قادیانی ہیں، برادری کے ہیں، میں ان کا ایڈریس دے دلیل تو دیتا ہوں، بات آپ کرنی مار دیں ہوتی چلے ہے کہ جاتے ہیں. تم نے کشتی ذرا کرنی ہے، سینڈ عقل کر کے دیں اندر. مجھے، میسج میں سینڈ کر دیں پھر ان کا ایڈریس. میں ابھی بتا دیتا ہوں، گجرات جائیں، میں ایڈریس دیتا ہوں، ان کی گھر کی لوکیشن دیتا ہوں. جی بتا دیں یہیں سے بتا دیں. تو مطلب کیا مار دیں گے آپ ان کو؟ نہیں میں ان سے جا کے پوچھوں گا، بھی آئیں بیٹھے مجھے سمجھائیں یہ آیت کو آپ آگے پیچھے کر رہے ہیں، کس طرح کر رہے ہیں، مجھے بیٹھے تو ہوئے کچھ. تو بھائی، یہ تمہارے سامنے بیٹھے ہوئے ہیں، تو یہ ان سے سمجھاؤ. کر لیں، یہ طارق چوہان سے کر لیں، اگر پوچھنا ہی ہے تو ان سے پوچھ لیں. بھئی یہ تو آپ کے پاس بڑے عالم بیٹھے ہیں، میں تو اپنے برابر کے عالم کے پاس جاؤں گا. بڑے عالم نہیں ہیں، ہو سکتا ہے آپ کی گفتگو سے تو پتا چلا آپ ہے کو کہ آپ سب سے بڑے عالم ہیں. میں تو آپ کو بج گئے. اول نمبر کی سند جاری کر رہا ہوں. ایویں خام خواہ آ کے شیخ چلی کو ڈینگا مارنی ہے، چھکے چھڑا دیے فلانا بھی، چھکے چھڑا دیے فلانا بھی. کہ لوگوں کی بھیڑ لگی ہوتی ہے، جو بھی آتا ایک دو بندہ اچھا آئے گا جو آ کے یہ کہے گا کہ بھائی میں طالب علم ہوں، میں آپ سے سیکھنا چاہتا ہوں، میرے علم میں اضافہ کرنے کے لیے میں آیا ہوں، نہ کہ میں کوئی چھکے چھڑا کے آیا ہوں، میں یہ والی بات نہیں ہے، میں سیکھنا چاہتا ہوں. وہ اچھا آدمی ہوتا ہے، یہ ہے اچھے آدمی. لیکن زیادہ تر آپ عامر نذیر صاحب، آپ یہ بھی دیکھیں کہ سارا دن جب آپ براڑ لگا کے بیٹھتے ہیں تو ایک آدھ آدمی بھی اگر اس طرح کا آ جائے جو علمی گفتگو کرنے والا ہو، ان کو سمجھنے والا ہو، تو آپ کو سارے دن کا مطلب ایک طرح کی قیمت مل جاتی ہے. ایگزیکٹلی جی اچھا آدمی تو ایک مل جائے نا، سارے دن کی تکان دور ہو جاتی، لیکن اچھا آدمی میں نے جیسے کہا کہ ملنا مشکل ہوتا ہے. اپنی سوسائٹی میں سے میجورٹی ایسے لوگوں کی آتی ہے جو آ کے یہی بتاتے ہیں کہ میں قسم ہے یہ سب ہار چکے تھے، یہ سارے ہار گئے تھے، میں گیا میں نے ان کو شکست فاش دے دی. لو جی، یہ سارے ہار گئے تھے، میں گیا تو میں نے ان کو شکست فاش دے دی. مجھے وہ تو بڑے سمارٹ ہیں، وہ بول رہے ہیں کے اندر ایک المیہ جو عام طور پر دکھائی دیتے ہیں. بھائی آپ نے اگر کچھ کیا ہے اس کے لیے آپ کی کارکردگی بول رہی ہوگی یار، لوگ بیان کر رہے ہوں گے اگر آپ نے کچھ کیا ہے تو. آپ خود آ کے پھر یہ بھی نہیں پتا کہ میں کس کے سامنے بیان کر رہا ہوں، اپنی کارکردگی کس کے سامنے پیش کر کے اس سے سند لینے کی کوشش کر رہا ہوں. ہو سکتا ہے وہ میرا اپنا بھائی ہو سکتا ہے بگانا ہی ہو. کہتے ہیں مجھے تو یہ بھی نہیں پتا یہ برانڈ کس کی ہے. اعوذ باللہ من الشیطان الرجیم. کیا کہے بندہ. عامر بھائی ایک بات کی اجازت ہے؟ جی دو کی اجازت ہے، ایک کیا ہوتی ہے ملک صاحب؟ اچھا یہ حق دا امام معاویہ، یہ جو آپ کی آئی ڈی ہے، میں نے آپ کی ایک براڈ دیکھی ہے، آپ وہاں پہ بہت زیادہ فرقہ واریت کے اوپر بحث میں بحثہ کر رہے ہوتے ہیں، اور بہت زیادہ میں نے نوٹ کیا ہے. تو آپ مجھے ایسا وائب فیل، جب میں اوپر گیا اور میں نے کہا کہ آپ
मिर्ज़ा साहब को क्या मानते हैं, तो आपने मुझे ड्रॉप कर दिया था वहाँ से, तो कुछ आप अपना तारुफ कराएं कि आप ये क्या कर रहे हैं, ये जो हक़दा इमाम साहब हैं। अस्सलाम वालेकुम रहमतुल्लाह वबरकातुहू। वालेकुम अस्सलाम। जी ज़्यादातर तो मैं जो है ना आप लोगों की बरोडों के नीचे बैठ के सुनता ही हूँ। तो दूसरी जो बात आप कर रहे हैं कि मैं आप लोगों की बरोडों पे गया हूँ, तो हम जो है ना सबसे पहली बात तो ये है कि जिस पे आपको इश्काल है, ये जो मिर्ज़ा दज्जाल है, इस पे हम लानत भेजते हैं, बिल्कुल ये काफिर हैं, ठीक है। तो दूसरी बात ये है कि हमें इतना ज़्यादा इल्म नहीं है इनके बारे में, ठीक है। जिस तरह के ये अमन नज़ीर भाई जो रेफरेंस देते हैं, इनके मुंह बंद करते हैं, सीधी सी बात है भाई। तो अभी ये जो है ना हम भी इधर बैठ के नीचे देखते हैं, सुनते हैं। हम ज़्यादातर करते हैं जो रद्द राफजियत पेज ना काम ज़्यादातर, ठीक है। सीधी सी बात है भाई, दिफाए सहाबा भी करते हैं अल्हम्दुलिल्लाह। जो दीन में सही सही बातें हैं ना वो बयान करते हैं कुरान और हदीस में जो है, वो जितना भी होता है हमसे जितना इल्म है उसके मुताबिक हम करते हैं वो। जी मेरे भाई। जज़ाकल्लाह। अच्छा, आपका नाम भी कोई उस दिन ले रहे थे, पता नहीं तारक नाम आपका ले रहे थे कोई, वो अली वाला भाई, वो शायद जी आपकी बात मेरा कर नाम रहे थे। तारिक अली है। तारिक अली भाई, उम्र कितनी है आपकी? मेरी उम्र है जी कोई माशाल्लाह 30+ है। माशाल्लाह। अच्छा, ये आपने जज्बात की वजह से ये डीपी बनाई हुई है या हकीकत है, इसकी कोई दलील है जो लिखा हुआ है हक़दा इमाम सैयदना मुआविया रज़ी अल्लाह ताला अन्हु? ये कोई जज्बाती फैसला है या इसके लिए कोई लॉजिक या कोई दलील है आपके पास? पे मेरा जो अकीदा है ना, मैं समझता हूँ कि जो रसूल और नबी होते हैं ना वो इमाम होते हैं, ठीक है, सीधी सी बात है। तो ये ऐसे समझ लें कि अगर वो जिस तरह दूसरे लोग हैं, मैं नाम नहीं लूँगा, वो जिस तरह कहते हैं कि वो फ़लाँ इमाम, तो फिर मैं कहता हूँ कि अल्हम्दुलिल्लाह ये भी अगर आप समझते हैं तो फिर ये भी इमाम है। बाकी जो इमामत वाला कंसेप्ट है वो अल्हम्दुलिल्लाह मैं नबी रसूलों तक ही रखता हूँ, मनसूस मिनल्लाह वाला। जी अमन नज़ीर भाई। अच्छा, इमाम जो है ना वो तो नबी और रसूल को भी कहा गया है और कुरान को भी कहा गया है, अल्लाह की किताब को भी इमाम कहा गया है कुरान पाक में। लेकिन ये जो इमाम है ना, जो हम मानी लेते हैं इमाम का, वो तो सिर्फ रहबर है, रहनुमा है, ऐसा ही है ना? तो बेशक जो रहबर के लिए लफ्ज़ इमाम का इस्तेमाल किया जाता है ना, उसमें अगर देखें तो जो अहले सुन्नत हैं, जो रद्द राफजियत करते हैं या वो समझते हैं कि राफजियत में बहुत से ज़्यादा गुमराही फैल गई, बहुत ज़्यादा गड़बड़ हो गई, वहाँ पर बहुत ज़्यादा शिरक और बिदत ने जड़ें पकड़ लीं और एग्जैजरेट किया गया अहले बैत की शान को लेकर, तो तमाम अहले सुन्नत का इस बात पर इजमा है कि सैयदना मीर मुआविया रज़ी अल्लाह ताला अन्हु और सैयदना अली रज़ी अल्लाह ताला अन्हु में से अक़रब इलल हक़ हज़रत अली है। ये सही है बात? आपके इल्म में है? जी, जहाँ तक मैंने जो सुना था तो आपकी बात ठीक है। अगर दलीलन जो है बात जो पढ़ी हो वो मुझे कहीं भी नहीं मिली और इसकी दलील भी मुझे नहीं मिली। हाँ, अलबत्ता इसके मुझे बरक्स उल्टा चीज़ कुरान में मिलती है, लेकिन वो उसमें अल्हम्दुलिल्लाह हज़रत मीर मुआविया जो है ना उस मामले में मुझे जो है ना वो उनसे, क्योंकि मैं अफजलियत की बात नहीं कर रहा, ये मेरी पहले बात को आपने नोट करना है। अफजलियत में कोई शक नहीं, कोई डाउट नहीं है। हज़रत अली रज़ी अल्लाह ताला अन्हु जो हमारे सर का ताज है, सीधी सी बात है, अफजलियत की बात नहीं हो रही। जो एक बात पे अगर जो जिस बात पे वो लोग ले आते हैं अफजलियत के एक तनाज़ा हुआ ना, ठीक है, उस बात के तनासब में मैं ये बात कर रहा हूँ। मैं भी वो तनाज़े को ही मद्देनज़र रख के कह रहा हूँ कि राफजियत में और अहल सुन्नत में, यानी रवाफ़ज़ में और अहल सुन्ना में फ़र्क ये है कि वो ये कहते हैं कि हज़रत अली हक़ पर थे और उनके मुकाबल आने वाले तमाम बातिल पर थे, माज़अल्लाह।
وہ یہ کہتے ہیں کہ یہ سب باطل پر تھے، اور بلکہ اور زیادہ بھی جو میں تکفیر وغیرہ بھی کر دیتے ہیں ان کی، لیکن کچھ معتدل لوگ ہیں وہ ایسا نہیں کرتے، پر یہ ضرور وہ مانتے ہیں کہ حضرت علی حق پر تھے، اور ان کے بالمقابل جو بھی ہیں حضرت امیر معاویہ ہیں یا ام المومنین کے ساتھ جو جنگ جمل والا واقعہ ہوا اس میں حضرت علی حق پر تھے اور دوسرے مخالف جو تھے وہ باطل پر تھے۔ ہم یہ اہل سنت کا اور ان کا فرق یہ ہے کہ اہل سنت یہ کہتے ہیں کہ دونوں حق پر تھے، لیکن اقرب الی الحق حضرت علی تھے، یعنی ان کا بھی موقف جو تھا وہ باطلانہ موقف نہیں تھا، نہ تو حضرت امیر معاویہ کا نہ حضرت علی ام المومنین کا جو موقف تھا وہ بھی کوئی باطل موقف نہیں تھا، بس جو ان کے اجتہاد میں انہوں نے سمجھا ایک بات، انہوں نے اس کو درست جانا اور اس کو نگیٹ نہیں کیا جا سکتا، ان کے موقف کو یکسر مسترد نہیں کیا جا سکتا جو صورتحال تاریخ بتاتی ہے، تو لہٰذا ان کو بھی ہم غلط نہیں کہہ سکتے۔ ہم یہ کہہ سکتے ہیں کہ دونوں میں سے زیادہ قریب حق کے حضرت علی ہیں، کیونکہ وہ مدینہ میں مرکز میں خلیفہ بنے اور کمان انہوں نے سنبھالی، اس قیادت کی جو قیادت حضرت عثمان کے ہاتھ میں تھی، ان کی شہادت کے بعد حضرت علی نے اس کو پکڑا، سنبھالا اور لے کر چلے۔ کہا ہے ہمیشہ سے کہ حضرت علی اقرب الی الحق ہیں، دوسرے بھی حق پر ہیں، ہم یہ سمجھتے ہیں کہ دوسرے بھی حق پر ہیں لیکن یہ اقرب الی الحق ہیں، تو اس لیے میں نے یہ کہا کہ یہ جو آپ نے ڈی پی بنائی ہوئی ہے حق کا امام امیر معاویہ، تو یہ میں نے سوچا کہ یہ صرف جذبات سے بنائی ہوئی ہے کسی کو چڑھانے کے لیے یا کوئی لاجک اور دلیل ہے اس کی؟ عامر نذیر بھائی ماشاءاللہ آپ ایک اچھا کام کرتے ہیں، تو میں تو چاہتا نہیں ہوں کہ اس بات کو بھی جو ہے نا وہ زیر بحث لایا جائے، کیونکہ ماشاءاللہ آپ ادھر جو ہے نا کبھی بھی ان باتوں میں یہ جو جتنے بھی لوگ ہیں آپ کے ساتھ جو ہے نا وہ ان چیزوں کو نہیں دیکھ رہے، سیدھی سی بات ہے، ٹھیک ہے؟ تو میں بھی نہیں یہ چاہتا، لیکن پھر بھی آپ نے یہ سوال اٹھایا ہے، بات کی ہے، ٹھیک ہے؟ تو دیکھیں یہ جو آپ نے یہ جو بات کی ہے نا اہل سنت والجماع کا جو بھی عقیدہ ہے، میں سب سے پہلے اہل سنت جو ہے نا وہ صحابہ اکرام کو لیتا ہوں، یہ میرا عقیدہ ہے، ٹھیک ہے؟ آپ بعد والوں کو لے کے آ رہے ہیں، ان سے خطا بھی ہو سکتی ہے، ان کو ہم خطا پہ کہہ بھی سکتے ہیں، لیکن صحابہ کرام کا جو شروع میں اس ٹائم پہ جو موقف تھا نا وہ یہ نہیں تھا جو اس ٹائم پہ جو آپ بول رہے ہو نا اہل سنت، ٹھیک ہے؟ یہ آپ میری بات سے ایگری بھی ہو سکتے ہیں تو اور میری بات سے مطلب ڈس ایگری بھی ہو سکتے ہیں۔ جی عامر نذیر بھائی، یعنی آپ کا یہ کہنا ہے کہ صحابہ کا یہ موقف تھا کہ حضرت علی کی بجائے حضرت امیر معاویہ اقرب الی الحق ہیں؟ نہیں آپ میری بات کو میرا خیال ہے سمجھے نہیں ہے، آپ نے اس اہل سنت سن لیں میرے بھائی، او بھائی پھر اس طرح تو میں یہ بھی سوال کروں گا نا کہ مولا علی کا بھی بتا دے، وہ انہوں نے اس ٹائم پہ کس نے کہا تھا کہ وہ حق پہ ہیں، کہ پھر دونوں پہ بات آ جائے گی نا۔ نہیں وہ تو ہم تو یہ دعویٰ ہی نہیں کر رہے کہ بھائی صحابہ نے یہ عمار بن یاسر نے کہا تھا، بالکل کہا ہے۔ کیا کہا تھا یار یہ جلدی، اچھا آپ کی عمر 30 سال ہے تو بلال کی عمر بھی 30 سال ہے، چلیں آپ دونوں بات کریں ہم سنتے ہیں دونوں۔ جی بلال بھائی آ جائیں۔ نہیں ٹھیک ہے، میں نہیں اس میں پڑھنا چاہتا، ویسے میں پھر بھی آپ سے کہوں گا کہ ماشاءاللہ آپ ایک اچھا قادیانیت کے خلاف کام کر رہے ہیں، تو میں خود ہی اس بات کو نہ لے کے آگے نہیں چلنا چاہتا، یقین کریں، کیونکہ میں آپ کو دیکھتا ہوں آپ بھائیوں کو کہ جس طرح آپ جو ہے نا قادیانوں کو جو جواب دیتے ہیں، خصوصاً احمد نذیر بھائی، لڑائی نہیں ہے، جھگڑا نہیں ہے، آپ بھی بھائی ہیں۔ میں تو آپ کو یہی کہوں گا کہ مردہ علی کو چھوڑیں، زندہ علی آپ میں موجود ہے، مردہ علی کو چھوڑیں۔ آپ ایک منٹ چوہان صاحب تھوڑی مہربانی، آپ کا یہ جو موقف ہے نا کہ آپ اس بات کو آگے نہیں لے کے چلنا چاہتے، لیکن محترم آپ نے تو ڈی پی لگا کے پیغام لکھ کے آپ نے تو ایک پارٹی ڈیسائیڈ کی ہوئی آلریڈی کہ جس کو منع فرمایا رسول اللہ صلی اللہ تعالی علیہ وسلم نے بھی اور خود اللہ رب العزت نے بھی۔ آپ تو ایک ذاتی طور پر میرے محترم مائنڈ نہ کرنا،
آپ تو ایک پارٹی بنا کر بیٹھے ہیں، گروپ کے اندر بیٹھے ہیں، آپ اس کی تشہیر بھی کر رہے ہیں منع کیا کر رہے ہیں؟ اور مجھے اس کو سمجھ نہیں آئی. ابھی آپ ایک پارٹی کے اندر بیٹھے ہیں جیسے کہ حق دا امام معاویہ جیسے کہ آپ نے ڈی پی بنائی ہوئی ہے، اور دوسری طرف آپ یہ کہتے ہیں کہ میں اس چیز کو اچھا نہیں سمجھتا اور یہ چیزیں ٹھیک نہیں ہیں، اور آلریڈی وہی کام آپ کر رہے ہیں. سر مجھے تھوڑا سا جس چیز کو آپ اچھا نہیں سمجھتے وہی کام آپ کر رہے ہیں، اور یہ کہتے ہیں کہ میں اس کو اچھا بھی نہیں سمجھتا. اگر اچھا نہیں سمجھتا تو آپ کو یہ اس طرح کی ڈی پی لگانا یا کسی بھی اس کے اندر جانے کی ضرورت نہیں ہے. بھائی اور مجھے یہ ایک بات بتائیں، ہمارا اگر یہ ایک موضوع ہی بندہ نہیں ہے مسلمانوں کا بھائی ایک بات کہ سنیں. آپ ایک جی طرف جی یہ ٹھیک. کہتے ہیں کہ میں عالم، سن تو لے بھائی، ایک طرف آپ کہتے ہیں کہ میں عالم نہیں ہوں، میں اتنا پڑھا لکھا نہیں ہوں، دوسری طرف آپ اس پر ڈی پی لگا کے اس کے اوپر بحث مباحثہ بھی کر رہے ہیں اور لوگوں کو تبلیغ کرنے کی بھی کوشش کر رہے ہیں، لوگوں کے ساتھ آپ بحث بھی کرتے ہیں. تو اس لیے اگر آپ یہ سمجھتے ہیں کہ آپ کا کوئی پارٹی نہیں ہے، کوئی فرقہ نہیں ہے اس حوالے سے، تو پھر یہ ڈی پیاں لگانے کا کوئی مقصد بنتا نہیں ہے بھائی. نہیں تو اس پہ میں نے کون جو سی اصل کام ہے کرنے والا وہ آپ کریں کیا آپ. نہیں کیا نام ہے آپ کا؟ یوسفی بھائی، اس پہ میں نے کیا غلط لکھا ہے نا، مجھے یہ بتائیں نا، میں تاکہ اس پہ تھوڑا سا غور و فکر کروں. ایک اگر اجازت ہو تو میں بخاری شریف کی اگر روایت پڑھ دوں. پھر بہت ساری آپ کے پاس ہیں، بہت ساری ان کے پاس ہیں، وہ بھی پڑھیں نہیں ان گے، کے آپ بھی پاس جو ہے پڑھیں گے، علامہ صاحب وہ ٹھیک نہیں ہے نا. کوئی اگر نتیجہ ان کے نہیں، پاس ہے تو وہ ٹھیک نہیں. علامہ صاحب یہ تو نہ کہیں کوئی ان کے نتیجہ پاس جو نکلا. ہے ہم وہ نے تو ٹھیک میوٹ نہیں. کر لیا، میں نے تو میوٹ کر لیا. آپ کریں گے بات تو کوئی نتیجہ نکلے گا، آپ بات کریں. میں نتیجہ تو نکال نہیں رہا، لیکن میں یہ کہہ رہا ہوں کہ جب جو یہ لفظ ہے نا کہ حضرت علی رضی اللہ تعالیٰ عنہ کو کسی نے یہ نہیں کہا کہ حق پہ نہیں تھے وہ، یا وہ حق پہ ہیں، یہ الفاظ نہیں، یہ ملتے ہیں بالکل اللہ کی اطاعت کا، حضرت علی کی اطاعت نہیں، وہ تو جو حضرت کا. علی کے ساتھ تھے وہ حضرت علی کو حق پر قرار دیں گے، جو حضرت امیر معاویہ کے ساتھ تھے وہ ان کو حق پر یس قرار دیں گے. وہ تو کوئی بات دکھائیں کہ نہیں. کس نے یہ کہا ہے. دیکھیں وہ حضرت ایسے ہی معاویہ، آگے تھے تلواریں لے کے. اگر حق پر نہیں کہا، حضرت امیر معاویہ کو حق پر نہیں سمجھتے تھے تو ایسے ہی آگے تھے ادھر صفین میں. ٹھیک ہے. حق پر سفیر تو میں کیا بغیر حق کا آگے تھے. معاملہ تھا یا میں پھر سفیر بھی میں؟ کہوں گا سن اس لیں بات کو سفیر یہاں میں پہ سٹاپ کر دیں. میں یقین بھائی کرو جنگ میرا سفیر میں تو قصاص کا معاملہ تھا، حق کا معاملہ تھا. بھلا کیا وہ نہیں کہتے تو کہ حضرت علی نے نہ حق کام قصاص کیا؟ حضرت علی سے لینے آئے تھے. تو جنگ کیوں کرے تھے ان سے پھر؟ بھائی حضرت علی کے ساتھ جب آمنے سامنے ہو گئے تو حضرت علی سے تو قصاص نہیں لینا تھا، قصاص تو ان سے تو لینا تھا پھر جنہوں نے جنگ کیوں قربانی کی کی. جا رہی تھی ان سے؟ میں تو یہی پوچھ رہا ہوں، جنگ کیوں کی جا رہی تھی؟ میں یہی کہہ رہا ہوں کہ وہ یہ سمجھ رہے تھے کہ حضرت امیر معاویہ حق پر ہیں اور حضرت علی کو انہوں نے خلیفہ بنایا جو حضرت عثمان کے قاتل ہیں. خلافت کا تو جھگڑا ہی نہیں تھا. کیا خلافت کا تو جھگڑا ہی نہیں تھا تب عامر بھائی. بھائی، خلافت پر ہی تو اختلاف ہو رہا تھا کہ آپ ان کے ہاتھوں خلیفہ بن کے یرغمال ہو رہے ہیں جنہوں نے حضرت عثمان کو شہید کیا ہے. اسی بات یہ پر تو روایت دکھا دیں یا بتا دیں کہاں پہ لکھی ہوئی. لگائیں آپ لقد رضی ایک منٹ ابھی لقد لگائیں. رضی اللہ عن المؤمنین اذ یبایعونک تحت الشجرہ، اس کا کیا معنی ہے؟ اوکے ایک منٹ یار، بھائی کیوں چکتے گندے لوگ یار تھلیوں پہ؟ کون پہ چکتے تھلیوں میں؟ جی اب بیت الرضوان کس وجہ سے ہوئی تھی بیت الرضوان؟ حضرت عثمان رضی اللہ تعالیٰ عنہ کی وجہ سے. ہاں تو پھر اس کا مطلب نعوذ باللہ جنہوں نے حضرت علی رضی اللہ عنہ کے قصاص کا مطالبہ کیا تھا، علی رضی اللہ تعالیٰ ناحق پر تھے. میں تو یہی کہہ رہا ہوں کہ یہ کسی نے کہا ہی نہیں کہ تو وہ حق اس پر نہیں بحث تھے. کو کرنے کی ضرورت کیا ہے؟ وہ بھی تو یہی سمجھتے تھے نا، امیر معاویہ رضی اللہ نہیں تعالیٰ عنہ حضرت کے ساتھ جو معاویہ لوگ تھے جو وہ بھی یہ سمجھتے تھے، لیکن حضرت علی کرم اللہ وجہ کریم کے ساتھ جو تھے، دیکھیں یہ ایک بحث ہے منافقین کا. ایک تیسرا گروہ تھا جس نے اس معاملے کو خراب کیا، حضرت علی رضی اللہ تعالیٰ عنہ کی خلافت کو بھی خراب کیا، امیر معاویہ رضی اللہ تعالیٰ عنہ کے ساتھ جو لوگ تھے ان کو بھی خلاف کیا. وہ تیسرا اگر وافظ کا یا میں خارجیوں کا گروپ تھا جنہوں نے یہ سارا. اب یہ بحث ہمیں یہاں کرنے کی کیا ضرورت ہے کہ میں ڈی پی لگا کے عام حق پر؟ تو یہ ایسے ہے نا عامر بھائی، جو ان کے لیڈر ہے نا جو براڈ لگاتے ہیں، بہت بڑی براڈ ہوتی ہے، اس میں نو ڈاؤٹ. تو آپ کو دعوت ہے کسی ایک دن یہاں پہ آپ لے آئیں عامر نذیر، کیونکہ کون سے اگر آپ وہ لیڈر ہے اس کا؟ نصیر صاحب کی بات کر رہے ہیں تو ان کے ساتھ تو میرا واٹس ایپ پہ رابطہ ہے، وہ تو کوئی مسئلہ نہیں ان کی بات نہیں وہ ان کا حقدہ امام صاحب، ان کا نام کیا ہے وہ جو ویڈیو آن کر کے بیٹھے ہوتے ہیں؟ میں نام ان کا میرے ذہن میں ابھی تھا اور ابھی سکپ ہو گیا. کافی بڑی براڈ لگی ہوتی ہے وہاں پہ، کافی لوگ آ رہے ہوتے ہیں اور کافی وہاں پہ بحث چل رہی ہوتی ہے. تو کسی دن تو آپ یہی ہے نا ملک صاحب، یہی ہے نا یہ جو اب آپس میں ادھر جس طرح عمر صاحب کہتے ہیں ال بڑی دا،
ਇਲ ਬੜੀ ਦਾ ਇੱਥੇ ਸ਼ੁਰੂ ਕਰ ਦਿਓ, ਕਾਫੀ ਵੱਡੀ ਕਰ ਲਓ ਇਹਨੂੰ ਜਿੰਨੇ ਮਰਜ਼ੀ। ਇੱਥੇ ਥੱਲੇ ਮਰਜ਼ਈ ਆ ਕੇ ਸੁਣਨਗੇ, ਠੱਠਾ ਕਰਨਗੇ, ਕਹੇਂਗੇ ਵਾਹ ਸੁਭਾਨ ਅੱਲਾਹ। आप पानी पाइए और लस्सी ਵਿੱਚ ਪਾਣੀ ਜਿੰਨੀ ਪਾਈਏ। ਮਰਜ਼ੀ ਲੰਮੀ ਕਰੀ ਜਾਓ, ਤੇ ਇੱਥੇ ਬੰਦੇ ਭਾਵੇਂ 150 ਇਕੱਠੇ ਕਰ ਲਓ, ਐ ਹੁਣੇ ਆਪਸ ਲੜਾ ਲਓ ਤੇ ਸਾਨੂੰ ਤਿੰਨਾਂ ਭਰਾਵਾਂ ਨੂੰ, ਤੇ ਤੁਸੀਂ ਇੱਥੇ ਬੰਦੇ ਵੇਖੋ ਹਾਲਾ ਲਾਲਾ ਹੋ ਜਾਏਗੀ। ਥੱਲੇ ਲਿਖਦੇ ਪਏ ਨੇ ਮਰਜ਼ਈ ਵੀ। नहीं, कहने का मतलब ये है कि चले मतलब वहाँ पे काफ़ी ट्रैफिक होती है, काफ़ी लोग होते हैं, एक दफ़ा बात कर लें, उसके बाद जो हमारा काम है 1400 साल से 1400 साल हो गए भाई इस हमने मौजूद कोई पे। मुनाजरा थोड़ी करना है। अब मलिक हाँ, साहब, जी जी मलिक साहब, हमने किसी से कोई मुनाजरा नहीं करना, वो हमारे भाई हैं। हम सिर्फ उनसे समझने की कोशिश कर रहे हैं कि ये जो डीपी के ऊपर लिखा गया है, इसकी कोई लॉजिक है या सिर्फ जज्बात हैं दूसरे को चिढ़ाने के लिए? सिर्फ ये है। मैंने तो सिर्फ इतनी बात कही है। अब बिलाल भाई बुखारी शरीफ खोलने लगे हैं, तो वो भी कोई खोलेंगे, कोई आगे से मुस्लिम शरीफ हो भी, ये बुखारी खोलेंगे, वो मुस्लिम खोलेंगे। इनके पास हजरत अम्मार बिन यासर का कॉल होगा, उनके पास भी किसी साहबी का कॉल होगा ना। नहीं तो वो इस मत तरह दिखा तो दो। मैं बता देता हूँ, ये भी लगा लेना, बुखारी की लगाएं। मैं भी बुखारी से बुखारी के जवाब दे देता हूँ। 4844 अगर नहीं आप रुक रहे तो मैं तो सबसे पहले यही कह रहा हूँ कि भाई मैं आपकी लोगों की, यकीन करें मैं दाद देता हूँ कसम खुदा की कि आप माशाल्लाह बड़ा अच्छा काम करें। और यहाँ पे कोई बरेलवी या कोई देवबंदी या कोई अहले हदीस नहीं, सब मिलके जो है ना ख़त्म नबूवत पे जो सारे जितने भी भाई काम कर रहे हैं ना, मुझे बहुत अच्छा लगता है। सीधी सी बात है, ठीक है। नहीं तो फिर अगर ये इन्होंने यही देखना है कि मौला अलैहि सलाम के जो ग्रोथ था उनका, उनमें कौन लोग थे, तो देख लें भाई, फिर बुखारी में ये लिखा हुआ है 4844। अब ये प्रोवोक करने वाले भी होते हैं। एक नीचे हाशमी, सैयद हाशमी का क्या नाम था, वो हजरत मीरमावे को की बात को अल्लाह की कसम खा के कहता हूँ, उम्महातुल मोमिनीन जो हम ब्रो लगाते हैं ना, वहाँ पे उम्महातुल मोमिनीन को गंदी नंगी गालियां दी जाती हैं, मुझे पता है, ठीक है। हाँ, हजरत अबू बकर ऐसा मौजूद है, इसमें कोई इख्तिलाफ नहीं। सिद्दीक आपको नहीं बता सकते, वरना ये मेरा इमामत का अकीदा ही नहीं है किसी सहाबी के बारे में। मैं तो हजरत अबू बकर सिद्दीक को भी इमाम भाई नहीं मैं एक मिनट बोल लूं जी। तारक साहब ਤੁਸੀਂ ਇੱਥੇ ਕੀ ਕਰਨ ਆਏ ਹੋ ਜਨਾਬ? जी नहीं, वो मुझसे प्यार का हक रखते हैं, भाई हैं, तो वो आ सकते हैं, कोई मना तो नहीं। आमिर भाई ये आपसे कोई प्यार का हक नहीं रखते, ये सिर्फ आपको ना इधर उधर करने आया है, ऐसा खंजीर है ना ये। तारक आमिर भाई एडे सोना काम कर रहे ने, तेनू ए बरोडा ना लगे मैं नहीं शुरू की थी। ओ भाई तू कौन है यार, मैं नहीं शुरू की थी। मैं तो पहले कह रहा यार इस गुफ्तगू नू खुदा दा वास्ता तुसी मेरे ना इस टॉपिक ना छेड़ो। हाँ ये हक दा इमाम है, इस वजह तो समझ लो, चढ़ान वास्ते समझ लो, जो मर्जी समझ लो। इमामत वाला मेरा कंसेप्ट जेड़ा वो नबी रसूल तक है, वल्लाह वाला। अच्छा नहीं, हमने तो वो तो बात सिर्फ जितनी जो हमारी बात थी वो इतनी, नबी रसूल तक वल्लाह वाला। हमारी बात सिर्फ इतनी ही थी कि जो आपने डीपी लगाई हुई है इसमें हमें ये गलती दिखाई दे रही है, बस। इससे बढ़कर हमें ना तो इस पे किसी के साथ मुनाजरा करना है, ना हम किसी को बुरा भला कहेंगे। अगर आप मान जाएंगे, अगर हमारी बात आपको सही लगे, तो आप इसकी बजाय वैसे हजरत मीर माविया का नाम लिखना चाहिए तो लें। वो मुअज़्ज़ज़ सहाबी हैं, नबी पाक के यानी ज़ौजा के भाई भी हैं, तो वो बिल्कुल उनका एहतराम है। आप बेशक उनके नाम की डीपी लें, लेकिन ये जो लिखा है ना हक दा इमाम, हक दा इमाम का मतलब ये निकलता है, ये जो मुझे समझ आया है कि ये हक पर थे, इमाम तो थे ही, इमाम तो थे, इसमें तो कोई दो राय नहीं है। वो रहबर थे, अपनी कौम के रहनुमा थे, उस लश्कर के जिसके वो गाइड बन के, रहनुमा बन के, सरबराह बन के वो हजरत उस्मान के कसास के लिए उठे थे। तो वो ठीक है, इमाम तो वो थे ही, लेकिन अगर आप ये कहें हकदा इमाम, तो इसका मानी ये निकलता है कि वो अकरब इलल हक है, जबकि मुसलमान अहले सुन्नत के नज़दीक ये मुसल्लमा असूल है कि अकरब इलल हक हजरत अली है। बाकी उनको भी हम हक पे ही मानते हैं, ये नहीं कि हम उनको, ये रवाफज का है असूल कि वो हजरत अली के बिल मुकाबल आने वालों को हक पर नहीं मानते, बल्कि एग्जैजरेशन करते हैं, तकजीब तकफीर वगैरह करते हैं। तो हम तो अहले सुन्नत तो इस तरह नहीं करते। बहरहाल मुफ्ती साहब भी आ गए और भी एक दो बंदे आ गए, लगता है दिलचस्प मौजू है। हमने तो छोटी सी बात किया भाई, कोई इससे बढ़कर हमारा कोई मौक़िफ़ नहीं है, ना कोई लड़ाई है, ना कोई मुनाजरा है। फैजान भट्ट साहब पहले आप बात कर लें, फिर मुफ्ती साहब तशरीफ लाएं। अस्सलाम वालेकुम तमाम साहबान साहब को भी अस्सलाम वालेकुम। वालेकुम अस्सलाम। वालेकुम अस्सलाम।
میں نا اصل میں ابھی فی الحال گفتگو کو سمجھنے کی کوشش کر رہا ہوں کہ انہوں نے لکھا ہے معاویہ حق دا امام، تو آیا کیا یہ حضرت امیر معاویہ رضی اللہ تعالیٰ عنہ کو حضرت علی کے بالمقابل اقرب الی الحق جانتے ہیں یا ویسے انہیں حق پر جانتے ہیں؟ یہ ذرا اس کی پر وضاحت کر دیں تو میں کیونکہ خود ذرا کشمکش کا شکار ہوں فی الحال نا ان کی اس ڈی پی کی وجہ سے، تو ذرا اس کی وضاحت کر دیں گے تو بہتر ہو جائے گا۔ ہم نے بھی یہی جاننے کے لیے یہ بات کی تھی کہ یہ جو ڈی پی کے اوپر لکھا ہوا ہے، میں نے دیکھا ان کو، میرے سامنے تو انہوں نے کوئی ایسی غلط بات اور نہیں کی، لیکن ان کو میں نے دیکھا حسینی صاحب کی براڈ پر بھی اور ایک دو اور براڈوں پر بھی میں نے ان کو دیکھا، تو میرا ان سے کوئی ذاتی طور پر ایسا ہے نہیں، کوئی پرخاش یا کوئی بات ہوئی نہیں، بلکہ وہ تو اچھے آدمی معلوم ہو رہے ہیں۔ واللہ عالم کوئی بندہ آ کے کہے کہ نہیں یہ گالی باز ہیں یا کچھ ہے، مجھے نہیں پتا ان کا، میرے ساتھ شاید پہلی دفعہ بات ہو رہی، پر یہی ہم بھی جاننے کی کوشش کر رہے ہیں کہ یہ ڈی پی جو ہے اس کے پیچھے کوئی لاجک ہے یا جذبات ہیں دوسرے کو انگیخت کرنے کے لیے، یہ پوچھ رہے تھے۔ عمر نذیر بھائی میں ایک دفعہ پھر بتا دیتا ہوں کہ ہم جو کام کر رہے ہیں نا وہاں پہ لوگ آ کے اپنی ڈی پیوں پہ یہ لکھتے ہیں کہ امام علی حق پہ، ٹھیک ہے، اور وہی لوگ جو نا امہات المومنین کو گالی دیتے ہیں، حضرت امیر معاویہ کو بھی، شیخین کو بھی گالی دیتے ہیں، تو پھر ان کو دکھانے کے لیے سیدھی سی بات ہے۔ دوسری بات یہ فیضان بٹ بھائی بات کر رہے ہیں، عمر نذیر بھائی ایک منٹ، یہ میں چاہتا ہوں کہ انہوں نے یہ جو مجھ سے بات کی ابھی سوال کیا ہے، تو میں چاہتا ہوں یہاں پہ نہ یہ بات کریں، کیونکہ ادھر یہ کام صرف قادیانیوں پہ ہوتا ہے، میں بار بار یہ بات کر رہا ہوں، یہ جانتا ہے مجھے، ٹھیک ہے، آپ ہماری بروڈوں پہ تو کبھی آتے نہیں ہیں، ٹھیک ہے، وہاں پہ آ جائیں، مشکل نہیں، ابھی آ جائیں اسی ٹائم پہ آ جائیں بھائی، ادھر ماشاءاللہ بہت اچھا کام ہوتا ہے، جس کی میں داد دیتا ہوں ان سب بھائیوں کو جو بھی یہاں پہ بیٹھ کے کام کر رہا ہے قادیانیوں کے خلاف۔ بھائی میں تو بات کر رہا ہوں ڈھنکے کی چوٹ پہ، ٹھیک ہے، یہاں پہ موضوع کو تبدیل نہ کریں ورنہ آپس میں جو جنگ ہو جائے گی، آپ کو بھی پتہ ہے کہ جس طرح امن نذیر نہیں، بھائی جنگ بتا تو رہے ہم ہیں، ہونے نہیں دیں گے اپنی براڈ پہ انشاءاللہ، جب تک ہم موجود ہیں جنگ تو ہم ہونے نہیں دیں گے، اٹھا کے سب کو نیچے ایک بٹن ہوتا ہے بھائی ایگزٹ کا، وہ تو ایسا مسئلہ کوئی نہیں ہے، وہ تو کوئی بھی مسئلہ تو نہیں۔ باقی یہ ہے کہ میں چاہوں گا کہ جو آپ ٹاپک لگایا ہوا ہے وہیں پہ آپ بات کریں۔ آکو بلال نو مائک کھولے، بلال نو پکی دیتی ہے نا، آکو بلال نو کے مائک کھولے، ایسے ہی چپ کرا لیں گے جب کروانا ہے۔ ایسے ہم نے کہا کہ بھائی اگر آپ، ہاں ٹھیک ہے، اب آپ نے بتا دیا کہ صرف آپ ان کو جو شیخین کو اور حضرت امیر معاویہ کو گالی دیتے ہیں یا امہات المومنین کو گالیاں آ کے دیتے ہیں اور اس طرح کے وہ پوسٹر دے کر آتے ہیں، تو آپ نے بالمقابل صرف ایک پوسٹر بنایا ہوا ہے، لیکن اس پوسٹر کے پیچھے صرف اور صرف یہی جذبہ کار فرمایا، نہ کہ کوئی دلیل یہی ہے اہل سنت کی کہ حضرت علی رضی اللہ تعالیٰ عنہ اقرب الی الحق، بس یہ اگر اس سے متفق ہیں تو بات ختم کر دیتے ہیں۔ دیکھیں میرا موقف یہ ہے کہ اگر کوئی بندہ یہ کہتا ہے نا، ٹھیک ہے، افضلیت کے بارے میں، تو میں الحمدللہ حضرت علی رضی اللہ تعالیٰ عنہ کو جو افضلیت ان کی شخصیت ہے نا میں افضل سمجھتا ہوں، لیکن اس معاملے میں جو قصاص کا معاملہ تھا نا، اس معاملے میں میں ان صحابہ کے ساتھ کھڑا ہوں، ٹھیک ہے، امہات المومنین کے ساتھ کھڑا ہوں، میں ڈنکے کی چوٹ پہ کہتا ہوں، ڈرتا نہیں ہوں، کہ میرا موقف وہ ہے، ٹھیک ہے، جن کی جماعت میں سارے کے سارے الحمدللہ صحابہ تھے، امہات المومنین تھی، جو ان کا موقف تھا وہ میرا ہے۔ باقی میں کچھ تبرے والا، ٹھیک ہے، میں یہ نہیں کہتا کہ مطلب وہ میں بالکل نہیں کہتا، ٹھیک ہے، اس ٹائم پہ بھی اس ٹائم تھوڑا سا اگر آپ وضاحت کریں گے کہ ان صاحبان کا موقف کیا تھا اور جناب مولا علی مرتضیٰ شیر نہیں، اب تو اس کی ضرورت ہی نہیں فیضان بٹ صاحب، اب کوئی کسی نے قصاص لینا ہے، اب تو وہ بات ہی ختم ہو گئی نا، تو اب ہم نے اگر شروع کرنی ہے بات تو اس کا مطلب یہ ہے کہ ہم نئے سرے سے عدالت لگانے لگے ہیں، تو وہ تو ہم نے لگانی نہیں ہے۔ اگر کوئی بندہ ایسا خیال رکھتا ہے کہ وہ اس معاملے میں حضرت امیر معاویہ نے جو کیا وہ صحیح کیا، وہ رکھتا رہے، اس سے کیا فرق پڑتا ہے، لیکن اہل سنت کا بہرحال یہی منہج ہے۔ وعلیکم السلام یار عامر بھائی کی سمجھدار ہو کی موضوع کدوں کوئی موضوع چھڑے مفتی صاحب، موضوع پہ چھڑے نہیں دیتے ویسے نہیں تے یہ کوئی ساڈا موضوع بندا وے، میں حضرت امیر معاویہ رضی اللہ عنہ یا حضرت مولا علی پاک دے موضوع دے اوتے جو منازعات ہوئے، جو معاملات ہوئے، سانوں کی بھائی نکلو اتھوں، مانا وہ تو کوئی عدالت اسی تے وہ لانی نہیں نا، ساڈے نال جن گل کرنی ہے قادیانیت دے موضوع تے کرو، جے کرنی جے تے
ਅੱਛਾ ਆਮਿਰ ਭਾਈ ਕਿਸੇ ਤੁਹਾਡੇ ਇੱਕ ਉੱਤੇ ਤੇ ਸ਼ੇਰ ਸਹਾਬੀ ਦੇ ਬਾਰੇ ਵੀ ਕਿਸੇ ਨੇ ਕੋਈ ਬਕਵਾਸ ਕੀਤੀ ਤੇ ਉਹਨੂੰ ਲਿੱਤਰ ਵੀ ਫੇਰਾਂਗੇ। ਕੋਈ ਨਹੀਂ ਹਾਂ, ਇਹ ਤਾਂ ਕਰ ਨਹੀਂ ਨਿਕਲੋ ਇੱਥੋਂ। ਆਮਿਰ ਭਾਈ ਉੱਤੇ ਤੁਹਾਨੂੰ ਮੈਂ ਕਿਹਾ ਸੀ ਸ਼ੇਰ ਇੱਕ ਲਿਖ ਦਿਆ ਜੇ ਉਹ ਇਲਹਾਮ ਇੱਕ ਉਹ ਤੁਸੀਂ ਕੱਲ ਦਾ ਕਰਾਇਆ ਹੀ ਕੋਈ ਨਹੀਂ। ਉਹ ਯਾਰ ਟਾਈਮ ਹੀ ਨਹੀਂ ਸਵੇਰ ਦਾ ਮਿਲਿਆ, ਦੌੜੋ ਦੌੜ ਅੱਜ ਤੇ ਬਿਜ਼ੀ ਸੀ ਸਵੇਰ ਦਾ। ਇੱਕ ਹੀ ਤੁਹਾਡੇ ਬਾਰੇ ਚ ਮਿਰਜ਼ਾ ਸਾਹਿਬ ਨੇ ਇਲਹਾਮ ਕੀਤਾ ਤੇ ਤੁਹਾਨੂੰ ਉਹਦਾ ਵੀ ਟਾਈਮ ਨਹੀਂ ਹੈ, ਬੜੇ ਬੇਨਸੀਬ ਹੋ ਤੁਸੀਂ। ਕੋਈ ਗੱਲ ਨਹੀਂ ਕੋਈ ਗੱਲ, ਮੁਫਤੀ ਸਾਹਿਬ ਗੱਲ ਕਰੋ ਜੀ, ਸ਼ੁਰੂ ਸੁਣਾਓ ਗੱਲ ਕੋਈ। ਉਹ ਗੱਲ ਖਤਮ ਹੋ ਗਈ ਬਸ, ਠੀਕ ਹੈ ਨਹੀਂ ਅਸੀਂ ਜਿਹੜੀ ਅਰਜ਼ ਕਰਨੀ ਸੀ ਜਾਂ ਜੋ ਸਾਨੂੰ ਸਹੀ ਲੱਗਾ ਹੈ ਆ ਬਸ ਨਹੀਂ ਅਸੀਂ ਨਹੀਂ ਨਵੀਆਂ ਬਦਾਂਦੇ। ਨਾ ਅਸੀਂ ਅਦਾਲਤ ਲਾਉਂਦੇ ਆ ਸਾਹਬਾ ਦੀ, ਨਾ ਅਸੀਂ ਫੈਸਲਾ ਕਰਨੇ ਆ ਇਹਦਾ ਮੌਕਫ ਜ਼ਿਆਦਾ ਉਸ ਵੇਲੇ ਸਹੀ ਸੀ, ਲੇਕਿਨ ਅਹਿਲ ਸੁन्नत ਦਾ ਜੋ ਮੌਕਫ ਹੈ। ਤੁਸੀਂ ਦੱਸੋ ਐਡੇ ਕਮੀਨਾ ਸਿਫਤ ਲੋਕ, ਖੁਦਾ ਦੀ ਕਸਮੇ ਪਿੱਠੀ ਪੁੰਝਣ ਦਾ ਤਰੀਕਾ ਇਹਨਾਂ ਨੂੰ ਪਤਾ ਨਹੀਂ ਜੇ ਹੈ, ਤੇ ਗੱਲ ਕਰਨਗੇ ਉਹ ਮੇਰੇ ਮਾਵੀਆ ਰਜ਼ੀ ਅੱਲਾਹ ਅਨਹੂ ਦੀ, ਉਹ ਮੌਲਾ ਅਲੀ ਪਾਕ ਦੀ, ਉਹ ਜਨਾਬ ਪਹੁੰਚ ਜਾਣਗੇ ਜੰਗੇ ਜਮਲ ਤੇ ਜੰਗੇ ਸਫੀਨ ਦੇ ਵਿੱਚ। ਬੰਦੇ ਦੇ ਪੁੱਤਰ ਬਣੋ, ਔਕਾਤ ਕੋਡੀ ਦੀ ਤੁਹਾਡੀ ਔਕਾਤ ਕੋ ਨਹੀਂ, ਆਪਣੇ ਗਿਰੇਬਾਨ ਚ ਝਾਕੋ ਤੁਸੀਂ ਹੈ ਕੀ ਹੋ। ਤੁਸੀਂ ਪਹੁੰਚ ਗਏ ਛਾਲ ਮਾਰ ਕੇ 1400 ਸਾਲ ਪਿੱਛੇ ਹੈ। ਤੁਸੀਂ ਫੈਸਲੇ ਅੱਜ ਕਰਨੇ ਨੇ ਬਹਿ ਕੇ ਕਿ ਕੌਣ ਸੱਚਾ ਸੀ ਤੇ ਕੌਣ ਝੂਠਾ ਸੀ। ਕਬਰ ਚ ਜਾ ਕੇ ਤੁਹਾਡੇ ਕੋਲ ਇਹ ਸਵਾਲ ਹੋਣਾ ਨੇ, ਆ ਦੱਸੋ ਇਹ ਜੰਗ ਦੇ ਵਿੱਚ ਕੌਣ ਫਾਤੇ ਸੀ ਤੇ ਕੌਣ ਸ਼ਿਕਸਤ ਖੁਰਦਾ ਸੀ ਹੈ। ਬੰਦੇ ਦੇ ਪੁੱਤਰ ਬਣਿਆ ਕਰੋ, ਇਹ ਮੌਜੂ ਕਿਉਂ ਛੇੜਦੇ ਹੋ। ਆਪਣੀ ਔਕਾਤ ਚ ਰਵੋ, ਆਪਣੀ ਔਕਾਤ ਚ ਰਵੋ, ਸਾਹਬਾ ਤੱਕ ਨਾ ਪਹੁੰਚੋ। ਤੁਹਾਡੀ ਤੇ ਔਕਾਤ ਵਕਤ ਦੇ ਉਲਮਾ ਤੱਕ ਪਹੁੰਚਣ ਦੀ ਨਹੀਂ ਹੈ। ਸਾਹਬਾ ਤੇ ਉਹ 1400 ਸਾਲ ਪਿੱਛੇ ਬਹੁਤ ਆਲੀ ਜਨਾਬ, ਸਾਡੇ ਸਿਰਾਂ ਦੇ ਤਾਜ। ਕਿਸੇ ਇੱਕ ਸਾਬੀ ਦੇ ਉੱਤੇ ਵੀ ਰੱਤੀ ਬਰਾਬਰ ਵੀ ਕੋਈ ਗੱਲ ਹੀ ਨਹੀਂ ਸੁਣਨੀ ਹੋਈ ਨਹੀਂ, ਹੈ ਹੀ ਨਹੀਂ, ਕੋਈ ਜੀਰਾ ਹੀ ਨਹੀਂ, ਕੋਈ ਦਲੀਲ ਬੜੀ ਦੂਰ ਦੀ ਗੱਲ। ਦਲੀਲ ਦਿਓ ਜੀ, ਕਾਹਦੀ ਦਲੀਲ। ਇਹ ਉਹ ਲੋਕ ਨੇ ਜਿਹੜੇ ਸਾਹਬਾ ਦੇ ਉੱਤੇ ਗੁਫ਼ਤਗੂ ਕਰਦੇ ਨੇ, ਇਹਨਾਂ ਕੋਲੋਂ ਇਹਨਾਂ ਦੇ ਹਲਾਲੀ ਹੋਣ ਦੀ ਦਲੀਲ ਪੁੱਛਣੀ ਚਾਹੀਦੀ ਹੈ। ਉਹ ਦੱਸ ਓਏ ਪਿਓ ਕੌਣ ਹੀ, ਪਿਓ ਦਾ ਨਾਂ ਦੱਸ। ਫਿਰ ਉਹ ਆਂਦੇ ਨੇ ਨਾ ਜਿੰਜ ਦਾ ਮੂੰਹ ਉਂਝ ਦੀ ਚਪੇੜ ਮਾਰਨੀ ਚਾਹੀਦੀ ਇਹਨਾਂ ਨੂੰ। ਲਿਤਰਾਂ ਜੋਗੇ ਖਲੋਂਦਾ ਹੀ ਨਹੀਂ ਹੈ। ਉਹ ਮਿਰਜ਼ਾ ਜੂਨੀਅਰ ਜੇਲਮੀ ਇੱਕ ਕਮੀਨਾ ਤਰੀਨ ਇਨਸਾਨ, ਹਾਂਜੀ, ਔਰ ਸਰਕਾਰੀ ਕਾਫਰ, ਡਿਕਲੇਅਰਡ ਕਾਫਰ, ਜਿਹਦੇ ਤੇ 295 ਸੀ ਲੱਗ ਗਈ ਹੈ। ਉਹਨੇ ਕਮੀਨੇ ਨੇ ਦਰਵਾਜ਼ਾ ਖੋਲਿਆ ਹੈ, ਹਾਂਜੀ, ਆਪਣੀ ਉਹਦੀ ਮਾਂ ਦੇ ਸ਼ੈ ਹੀ ਕੋਈ ਨਹੀਂ ਤੇ ਪਿਓ ਤੇ ਪਤਾ ਹੀ ਕੋਈ ਨਹੀਂ, ਤੇ ਜਨਾਬ ਪਹੁੰਚ ਗਿਆ ਛਾਲ ਮਾਰ ਕੇ ਉਧਰ, ਉਹ ਜ਼ਰਦ ਮੀਰੇ ਮੁਆਵੀਆ, ਉਹ ਫਲਾਂ ਦੇ, ਉਹ ਫਲਾਂ। ਲੱਖ ਦੀ ਲਾਨਤ ਹੈ ਭਾਈ। ਬੰਦੇ ਦੇ ਪੁੱਤਰ ਬਣੋ, ਔਕਾਤ ਆਪਣੀ ਵੇਖੋ, ਔਰ ਤੁਸੀਂ ਪਹੁੰਚ ਜਾਂਦੇ ਛਾਲ ਮਾਰ ਕੇ ਸਾਹਬਾ ਤੱਕ। ਇਹ ਕਮੀਨੇ ਤਰੀਨ ਮੈਂ ਨਵਾਂ ਸਾਡੀਆਂ ਪਰਾਟਾਂ ਦੇ ਨਾ ਇਹ ਮੌਜੂ ਛੇੜਿਆ ਕਰੋ, ਲਿੱਤਰ ਵੀ ਫੇਰਾਂਗੇ ਅਸੀਂ, ਸਮਝ ਆਈ ਜੇ ਕਿ ਨਹੀਂ। ਕੋਈ ਨਹੀਂ, ਜਿੰਨੇ ਜਾਣਾ ਚਾਹੋ ਪਰਾਂ ਜਾ ਕੇ ਉਹਦਾ ਲਿੱਦ ਕਰੋ ਜਾ ਕੇ। ਜੀ ਆਮਿਰ ਨਜ਼ੀਰ ਭਾਈ, ਇਹ ਜੋ ਤੁਸੀਂ ਬਿਆਨ ਫਰਮਾਇਆ ਨਾ, ਇਹੋ ਹੀ ਅਹਿਲ ਸੁन्नत ਦਾ ਮੌਕਫ ਹੈ। ਇਸ ਵਕਤ ਗੁਜ਼ਰਦੇ ਦੌਰ ਚ ਸਿਰਫ ਅਗਰ ਇਹਦਾ ਦਰਵਾਜ਼ਾ ਖੋਲਿਆ ਤੇ ਉਹ ਇੰਜੀਨੀਅਰ ਮੁਹੰਮਦ ਅਲੀ ਮਿਰਜ਼ਾ ਨੇ ਖੋਲਿਆ। ਸਿਰਫ ਉਸ ਬੰਦੇ ਨੇ ਮੁਸ਼ਾਜਰਾ ਤੇ ਸਹਾਬਾ ਦੇ ਉੱਤੇ ਇਸ ਸਕੂਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ, ਵਰਨਾ ਅਹਿਲ ਸੁन्नत ਦਾ ਸਦੀਆਂ ਤੋਂ ਇਜਮਾ ਹੈ ਕਿ ਇਹ ਹੁਣ ਬੱਟ ਸਾਹਿਬ ਕਰਨ ਲੱਗੇ ਸਨ ਨਾ ਗੱਲ ਵੀ ਦੱਸੋ ਤੁਸੀਂ ਉਹ ਕੀ ਸਮਝਦੇ ਹੋ, ਕੀ ਸਮਝਦੇ। ਮੈਂ ਕਹਿੰਦਾ ਅਸਾਂ ਅਦਾਲਤ ਲਾਣੀ ਨਹੀਂ ਹੈ। ਅੱਜ ਜਿਹੜਾ ਬੰਦਾ ਸਹਾਬਾ ਦੀ ਅਦਾਲਤ ਲਾਂਦਾ ਹੈ ਉਹ ਅਹਿਲ ਸੁन्नत ਦੇ ਮਨਜ ਤੋਂ ਇਨਹਿਰਾਫ ਕਰਦਾ ਹੈ। ਇਹ ਰਵਾਫਜ਼ ਦਾ ਮਨਜ ਹੈ ਕਿ ਅਦਾਲਤ ਲਾ ਕੇ ਤੇ ਇੱਕ ਨੂੰ ਇੰਝ ਆਖੋ ਤੇ ਇੱਕ ਨੂੰ ਉਂਝ ਆਖੋ, ਲੇਕਿਨ ਅਹਿਲ ਸੁन्नत ਦਾ ਮਨਜ ਇਹ ਵੇ ਕਿ तमाम ਸਹਾਬਾ ਦੀ ਇੱਜ਼ਤ ਕੀਤੀ ਜਾਏਗੀ, ਉਹਨਾਂ ਦੇ ਮੁਸ਼ਾਜਰਾਤ ਦੇ ਉੱਤੇ ਸਕੂਤ ਇਖਤਿਆਰ ਕੀਤਾ ਜਾਏਗਾ, ਔਰ ਅਦਾਲਤ ਦੁਨੀਆ ਦੇ ਉੱਤੇ ਉਹਨਾਂ ਦੀ ਨਹੀਂ ਲਗਾਈ ਜਾਏਗੀ। ਇਸ ਵਕਤ ਵਿੱਚ ਇਸ ਬੰਦੇ ਨੇ ਅਦਾਲਤ ਲਾ ਕੇ ਤੇ ਅਹਿਲ ਸੁन्नत ਦੇ ਮਨਜ ਤੋਂ ਇਨਹਿਰਾਫ ਕੀਤਾ ਹੈ। ਮੈਂ ਤੇ ਇਸ ਗੱਲ ਦਾ ਕਾਇਲ ਨਹੀਂ ਹਾਂ ਤਕਫੀਰ ਦਾ, ਲੇਕਿਨ ਇਹ ਗੱਲ ਦਰੁਸਤ ਹੈ ਕਿ ਇਸ ਬੰਦੇ ਦਾ ਅਹਿਲ ਸੁन्नत ਦੇ ਮਨਜ ਤੋਂ ਉਹਨੇ ਆਪ ਹੀ ਅਲਹਿਦਗੀ ਇਖਤਿਆਰ ਕਰ ਲਈ, ਕਿਉਂਕਿ
ਸਦੀਆਂ ਤੋਂ ਅਹਿਲੇ ਸੁਨਨਤ ਇਸੇ ਮੌਕਫ ਤੇ ਸਨ ਕਿ ਬਈ ਅਸੀਂ ਅਦਾਲਤ ਨਹੀਂ ਲਾਣੀ। ਉਹਨਾਂ ਦੇ ਦਰਮਿਆਨ ਜੋ ਇਖਤਲਾਫ ਹੋਇਆ, ਵਕਤ ਗੁਜ਼ਰ ਗਿਆ, ਹੁਣ ਉਹ ਅੱਲਾ ਦੇ ਕੋਲ ਚਲੇ ਗਏ ਨੇ। ਅੱਲਾਹ ਤਾਲਾ ਉਹਨਾਂ ਦਾ ਫੈਸਲਾ। ਹਜ਼ਰਤ ਅਲੀ ਦਾ ਕੋਲ ਵੀ ਇਹੀ ਹੈ ਕਿ ਸਾਡਾ ਇਹ ਜਿਹੜਾ ਰਹਿ ਗਿਆ, ਮੇਰਾ ਤੇ ਹਜ਼ਰਤ ਮੀਰ ਮਾਵੀਆ ਦਾ, ਇਹ ਹੁਣ ਕਿਆਮਤ ਵਾਲੇ ਦਿਨ ਅੱਲਾਹ ਸਾਡਾ ਫੈਸਲਾ ਕਰ ਦੇਗਾ ਤੇ ਅੱਲਾਹ ਤਾਲਾ ਉਹਨਾਂ ਦਾ ਫੈਸਲਾ ਕਰ ਦੇਗਾ। ਸਾਡਾ ਕੋਈ ਹੱਕ ਨਹੀਂ ਕਿ ਅਸੀਂ ਉਹਨਾਂ ਚੋਂ ਕਿਸੇ ਦੇ ਉੱਤੇ ਤਬਰਰਾ ਕਰੀਏ, ਕਿਸੇ ਨੂੰ ਬੁਰਾ ਆਖੀਏ, ਕਿਸੇ ਦੀ ਕੋਈ ਕਿਸੇ ਦੇ ਬਾਰੇ ਕੋਈ ਤਖਫੀਫੀ ਕਲਮਾ ਜ਼ੁਬਾਨ ਤੇ ਲਿਆ ਵੀ ਹੈ। ਲੇਕਿਨ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਗਿਆ। ਨੌਜਵਾਨਾਂ ਦੇ ਕੱਚੇ ਜ਼ੇਨ ਸਨ। 25 30 ਸਾਲ ਦੇ ਯੰਗ ਬੁਆਏ, ਇਹ ਵੇਖਿਆ ਨਾ, ਤਰੇ ਬੋਲੇ ਨੇ, ਤਰਵਾਂ ਦੀ 30 ਸਾਲ ਉਮਰ ਸੀ, ਬਲਕਿ ਚੌਥੇ ਆਏ ਨੇ ਮੇਰੇ ਹਾਲ ਭੱਟ ਸਾਹਿਬ ਦੀ ਵੀ ਉਮਰ 30s ਵਿੱਚ ਹੀ ਨੇ। ਤੇ ਇਹ 30 ਸਾਲ ਦੇ 25 ਸਾਲ ਦੇ ਜਿਹੜੇ ਨੌਜਵਾਨ ਸਨ ਨਾ, ਉਹਨਾਂ ਨੂੰ ਇੱਕ ਦਿਲਚਸਪ ਜਿਹਾ ਮੌਜੂ ਦਿੱਤਾ ਹਿਸਟਰੀ ਖੋਲ ਕੇ। ਤੇ ਹਾਲਾਂਕਿ ਉਸ ਬੰਦੇ ਨੇ ਇੰਨੀਆਂ ਉਹ ਡਿੰਗਾ ਮਾਰੀਆਂ ਨੇ, ਇੰਨੇ ਯੂ ਟਰਨ ਲਏ ਨੇ ਕਿ ਇਮਰਾਨ ਖਾਨ ਨੇ ਵੀ ਇੰਨੇ ਲਏ ਹਨ। ਇਮਰਾਨ ਖਾਨ ਦੇ ਬਾਰੇ ਬੜਾ ਮਸ਼ਹੂਰ ਹੈ ਨਾ, ਯੂ ਟਰਨ ਲੈਂਦਾ। ਜਿੰਨੇ ਇਸ ਬੰਦੇ ਨੇ ਯੂ ਟਰਨ ਲਏ ਨੇ ਨਾ, ਇੰਜੀਨੀਅਰ ਮੁਹੰਮਦ ਅਲੀ ਮਿਰਜ਼ਾ ਨੇ, ਐਨੇ ਕਿਸੇ ਬੰਦੇ ਕਦੇ ਨਹੀਂ ਲਏ ਹਨ। ਕਿੰਨੀਆਂ ਗੱਲਾਂ ਤੋਂ ਉਹ ਬੰਦਾ ਫਿਰਿਆ ਕਰਕੇ। ਉਹਨਾਂ ਨੂੰ ਇਜਤਿਹਾਦੀ ਗਲਤੀ ਔਰ ਕਾਰਾ ਸਵਾਬ ਲਿਖਿਆ ਉਹਦੇ, ਉਹ ਜਿਹੜਾ ਪਹਿਲੇ ਉਹਨੇ ਪੋਸ਼ਾਇਆ ਕੀਤੇ ਸੀ ਕਿ ਉਹਨਾਂ ਨੂੰ ਇਕਾਰਾ ਸਵਾਬ ਮਿਲਦਾ ਹੈ ਜਿਹੜੇ ਇਜਤਿਹਾਦੀ ਗਲਤੀ, ਮੁਜਤਹਿਦ ਜਦੋਂ ਇਜਤਿਹਾਦ ਚ ਗਲਤੀ ਕਰਦਾ, ਔਰ ਉਹਨਾਂ ਨੂੰ ਹੀ ਮਾਜ਼ ਅੱਲਾ ਫਿਰ ਬਾਗੀ ਔਰ ਪਤਾ ਨਹੀਂ ਕੀ ਕਰਾਰ ਦਿੱਤਾ ਐਸਾ ਬਦਬਖਤ ਆਦਮੀ। ਲੇਕਿਨ ਜਿਸ ਬੰਦੇ ਨੇ ਵੀ ਇਹ ਹਰਕਤ ਕੀਤੀ ਹੈ ਨਾ, ਅੱਗੇ ਸਹਾਬਾ ਦੇ ਉੱਤੇ ਅਦਾਲਤ ਲਾਉਣ ਦੀ ਕੋਸ਼ਿਸ਼ ਕੀਤੀ ਹੈ, ਤਬਰਰਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਭਾਵੇਂ ਉਹ ਆਪਣੇ ਆਪ ਨੂੰ ਅਹਿਲੇ ਸੁਨਨਤ ਆਖੇ ਤੇ ਭਾਵੇਂ ਉਹ ਆਪਣੇ ਆਪ ਨੂੰ ਅਹਿਲੇ ਤਸ਼ੀਅ ਆਖੇ, ਮੈਂ ਤੇ ਆਪਣੀ ਜ਼ਿੰਦਗੀ 56 ਸਾਲਾਂ 'ਚ ਉਹਨਾਂ ਨੂੰ ਕੋੜਾ ਹੋ ਕੇ ਮਰਦਿਆਂ ਵੇਖਿਆ। ਸਹਾਬਾ ਨੂੰ ਗਾਲਾਂ ਕੱਢਣ ਵਾਲਾ, ਸਹਾਬਾ ਨੂੰ ਬਾਗੀ ਕਰਾਰ ਦੇਣ ਵਾਲਾ, ਸਹਾਬਾ ਦੀ ਤਕਫੀਰ ਕਰਨ ਵਾਲਾ, ਭਾਵੇਂ ਉਹ ਸ਼ੀਆ ਆਪਣੇ ਆਪ ਨੂੰ ਆਖੇ ਤੇ ਭਾਵੇਂ ਉਹ ਅਹਿਲੇ ਸੁਨਨਤ ਖਵਾਉਣ ਦੀ ਕੋਸ਼ਿਸ਼ ਕਰੇ ਨਾ, ਉਹਨਾਂ ਦੀ ਮੌਤ ਬੁਰੀ ਹੋਈ ਹੈ। ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ, 2-3 ਇੱਥੇ ਹੀ ਸਾਡੇ ਸਾਹਮਣੇ ਮਰੇ ਨੇ ਇਹ ਮੇਰੀ ਜ਼ਿੰਦਗੀ ਦੇ ਵਿੱਚ। ਉਹਨਾਂ ਦਾ ਅੰਜਾਮ ਬੁਰਾ ਹੋਇਆ, ਅੱਛਾ ਅੰਜਾਮ ਨਹੀਂ ਹੋਇਆ। ਬੁਰੇ ਲਫ਼ਜ਼ਾਂ 'ਚ ਲੋਕਾਂ ਨੇ ਉਹਨਾਂ ਨੂੰ ਯਾਦ ਕੀਤਾ। ਤੇ ਇਹ ਬੰਦੇ ਨੂੰ ਥੋੜਾ ਸ਼ੌਕ ਸੀ, ਇਹ ਨਵਾਂ ਜਿਸ ਤਰ੍ਹਾਂ ਸਾਡੇ ਲਾਊਡ ਸਪੀਕਰ ਆਏ ਤੇ ਕਈ ਸਾਡੇ ਬੰਦਿਆਂ ਨੇ ਉਹਨਾਂ ਨੂੰ ਲਾਊਡ ਸਪੀਕਰਾਂ ਨੂੰ ਮਿਸਯੂਜ਼ ਕੀਤਾ ਨਾ, ਐਸੇ ਤਰ੍ਹਾਂ ਜਦੋਂ ਸੋਸ਼ਲ ਮੀਡੀਆ ਆਇਆ ਨਾ, ਟਿਕਟਾਕ ਆਇਆ, YouTube ਆਇਆ, ਤੇ ਇਹਨੂੰ ਵੀ ਲੋਕਾਂ ਨੇ ਸਮਝਿਆ ਵੀ ਇਹ ਹੁਣ ਜਿਸ ਤਰ੍ਹਾਂ ਮੈਂ ਪਿਆ ਬੋਲਣਾ, 80 ਬੰਦੇ ਵੀ ਤੁਸੀਂ ਸੁਣਦੇ ਹੋ, ਮੇਰੀ ਆਵਾਜ਼ ਜਾ ਰਹੀ ਹੈ, ਮੈਂ ਇਹਨੂੰ ਹੋਰ ਸਵਾਰਨ ਦੀ ਨਿਖਾਰਨ ਦੀ ਕੋਸ਼ਿਸ਼ ਕਰਾਂਗਾ ਤਾਂ ਕਿ ਲੋਕੀ ਆਖਣਾ ਅਮਰ ਬੜੀ ਗੱਲ ਕਰ ਲੈਂਦਾ। ਐਸੇ ਤਰ੍ਹਾਂ ਕੁਝ ਲੋਕਾਂ ਨੂੰ ਬਸ ਆਪਣੀ ਦਾਦ ਤਹਿਸੀਨ ਦੀ ਜ਼ਰੂਰਤ ਹੁੰਦੀ। ਅੱਗੇ ਇੱਕ ਭਾਈ ਹੋਰੀ ਆਏ ਸਨ, ਮੈਂ ਕਿਹਾ ਲਿਆ ਭਾਈ ਜਿਹੜਾ ਸਰਟੀਫਿਕੇਟ ਆ ਨਾ, ਮੈਂ ਤੈਨੂੰ ਦਸਖਤ ਕਰ, ਆਂਦਾ ਮੈਂ ਮਰਜ਼ਾਈਆਂ ਨੂੰ ਲਾਜਵਾਬ ਕਰਕੇ ਆਇਆ। ਮੈਂ ਕਿਹਾ ਬਹੁਤ ਅੱਛੀ ਗੱਲ ਹੈ, ਲਾਜਵਾਬ ਕਰਕੇ ਆਇਆ। ਲਿਆ ਭਾਈ ਜਿਹੜੀ ਸਨਦ ਦੇ ਉੱਤੇ ਮੇਰੇ ਦਸਖਤ ਕਰਾਣੇ ਨਹੀਂ, ਮੈਂ ਤੈਨੂੰ ਕਰ ਦੇਣਾ, ਤੂੰ ਅਵਲ ਨੰਬਰ ਦਾ ਮੁਜਾਹਿਦ ਖਤਮੇ ਨਬੂਤ। ਹਾਲਾਂਕਿ ਮੈਂ ਉਹਨੂੰ ਕੁਝ 6-7 ਵਾਰੀ ਪੁੱਛਿਆ ਵੀ ਉਹ ਜਿਹੜੀ ਸੂਰਤ ਤਹਿਰੀਮ ਦੀ ਆਇਤਾਂ ਦਾ ਤੂੰ ਜਿਹੜਾ ਨਾ ਮੈਂ ਲਾਜਵਾਬ ਕਰਕੇ ਆਇਆ, ਦੱਸ ਸਾਨੂੰ ਕੀ ਲਾਜਵਾਬ ਕੀਤਾ ਹੀ, ਕੀ ਮੌਕਫ ਦਿੱਤਾ ਹੀ, ਉਹ ਕੋਈ ਗੱਲ ਸਾਨੂੰ ਵੀ ਦੱਸ। ਆਂਦਾ ਤੁਸੀਂ ਕਾਦੀਆਨੀ ਤੇ ਨਹੀਂ। ਮੈਂ ਕਿਹਾ ਚੱਲ ਤੂੰ ਸਾਨੂੰ ਕਾਦੀਆਨੀ ਆ ਕੇ ਦੇ ਲੈ ਜਾ, ਤੂੰ ਕਾਦੀਆਨੀ ਆ ਕੇ ਭਾਈ ਦੇ ਲੈ ਜਾ। ਲੇਕਿਨ ਇੱਕ ਸ਼ੌਕ ਹੈ ਲੋਕਾਂ ਦੇ ਦਿਲ ਵਿੱਚ ਕਿ ਸਾਨੂੰ ਲੋਕੀ ਆਖਣ ਬੱਲੇ ਬੱਲੇ ਸਾਡੀ ਕਰਨ, ਵਾਹ ਵਾਹ ਜੈ ਜੈਕਾਰ ਹੋਵੇ। ਐਸੇ ਟਰੈਪ ਵਿੱਚ ਇਹ ਇੰਜੀਨੀਅਰ ਮੁਹੰਮਦ ਅਲੀ ਮਿਰਜ਼ਾ ਆਇਆ ਔਰ ਉਹਨੇ ਉਹ ਬੜ ਬੋਲੀਆਂ ਨੇ ਕਿ ਬਾਅਦ ਵਿੱਚ ਫਿਰ ਮੂੰਹ 'ਚ ਪਾਣੀਆਂ ਪਈਆਂ ਨੇ, ਜਿਵੇਂ ਆਂਦੇ ਨੇ ਹੱਥਾਂ ਦੀਆਂ ਦਿੱਤੀਆਂ ਦੰਦਾਂ ਨਾਲ ਖੋਲਣੀਆਂ ਪੈਂਦੀਆਂ ਨੇ, ਫਿਰ ਦੰਦਾਂ ਨਾਲ ਖੋਲਣੀਆਂ ਪਈਆਂ ਨੇ। ਆਪਣੇ ਯੂ ਟਰਨ ਲਏ ਨੇ, ਉਹਦੇ ਮੌਕਫ ਸੁਣ ਲਓ ਜਾ ਕੇ। ਤੇ ਬਹਰਹਾਲ ਅੱਲਾਹ ਨੂੰ ਹਦਾਇਤ ਦੇਵੇ। ਤੁਸੀਂ ਨੌਜਵਾਨ, ਬਿਲਖਸੂਸ ਅਹਿਲੇ ਸੁਨਨਤ ਨੌਜਵਾਨ, ਖੁਦਾ ਦੇ ਨਾਂ ਦਾ ਆਪਣੇ ਉਸ ਅਹਿਲੇ ਸੁਨਨਤ ਦੇ ਉਸ ਮਨਜ ਨੂੰ, ਉਸ ਮੋਹਰ ਨੂੰ ਨਾ ਤੋੜੋ ਜਿਹੜੀ ਸਕੂਤ ਦੀ ਮੋਹਰ ਅਹਿਲੇ ਸੁਨਨਤ ਨੇ 1000 ਸਾਲ ਦੀ ਲਾ ਕੇ ਰੱਖੀ ਹੈ ਨਾ, ਕਿ ਮੁਸ਼ਾਜਰਾ ਤੇ ਸਾਹਬਾ ਦੇ ਉੱਤੇ ਸਕੂਤ ਹੈ। ਤੁਸੀਂ ਇਹਨੂੰ ਨਾ ਤੋੜਨ ਦੀ ਕੋਸ਼ਿਸ਼ ਕਰੋ। ਤੁਸੀਂ ਐਸੇ ਕਿਸੇ ਬੰਦੇ ਦੇ ਨਰਗੇ 'ਚ ਨਾ ਆਓ, ਉਹਦੀਆਂ ਗੱਲਾਂ 'ਚ ਨਾ ਆਓ, ਉਹਦੀ ਚਰਬ ਜ਼ੁਬਾਨੀ 'ਚ ਨਾ ਆਓ। ਤੇ ਜਿਹੜਾ ਬੰਦਾ ਤੁਹਾਡੇ ਸਾਹਮਣੇ ਆ ਕੇ, ਜਿਸ ਤਰ੍ਹਾਂ ਤੁਸੀਂ ਪੇ ਗੱਲ ਸੁਣਾਉਂਦੇ ਹੋ, ਸ਼ੈਖੈਨ ਨੂੰ ਗਾਲਾਂ ਕੱਢਦਾ, ਮਹਾਤੁਲ ਮੋਮਿਨੀਨ ਤੇ ਤਬਰਰਾ ਕਰਦਾ ਜਾਂ ਹਜ਼ਰਤ ਮੀਰ ਮਾਵੀਆ, ਤੇ ਤੁਸੀਂ ਉਹਨੂੰ ਦਲੀਲ ਨਾਲ ਜਾਂ ਗੱਲ ਕਰੋ ਜਾਂ ਉਹਨੂੰ ਸਾਈਡ ਤੇ ਕਰ ਦਿਓ। ਜਦੋਂ ਤੁਸੀਂ ਇਹੋ ਜਿਹੇ, ਕਿਉਂਕਿ ਸੋਸ਼ਲ ਮੀਡੀਆ ਹੈ ਨਾ, ਸੋਸ਼ਲ ਮੀਡੀਆ ਦੀ ਸਾਇੰਸ ਨੂੰ ਸਮਝੋ। ਜੇ ਤੁਸੀਂ ਆਖੋਗੇ ਤੁਸੀਂ ਉਹਨੂੰ ਜਜ਼ਬਾਤ ਨਾਲ ਉਹਨੂੰ ਦਬਾ ਲੋਗੇ, ਨਹੀਂ, ਦਲੀਲ ਨਾਲ ਹੀ ਦਬਾਇਆ ਜਾ ਸਕਦਾ। ਜਜ਼ਬਾਤ ਨਾਲ ਤੁਸੀਂ ਹਜ਼ਰਤ ਮੀਰ ਮਾਵੀਆ ਦਾ ਨਾਂ ਲੈ ਲਓ, ਉਧਰ ਹਜ਼ਰਤ ਅਲੀ ਦਾ ਨਾਂ ਲੈ ਲੈਣ, ਇਹਨੂੰ बढ़ाई चलो, ये लस्सी च पानी पाई चलो, इनू अगर खिंची चलो, लम्मी करी चलो, कुछ भी नतीजा नहीं होगा। बल्कि कुफर तो तवज्जो हट के मुसलमाना दे आपस दे विच इख्तलाफात ते तनाज़ात वो वध जांदे,
ਉਹ ਸ਼ਾਇਦ ਇਹੀ ਵਧਾਉਣਾ ਚਾਹੁੰਦਾ ਹੋਵੇਗਾ, ਲਾ ਇਲਮੀ ਚ ਵਧਾ ਰਿਹਾ ਹੋਵੇਗਾ, ਮੈਂ ਇਹਦੀ ਨੀਅਤ ਨਹੀਂ ਸ਼ੱਕ ਕਰਦਾ। ਲੇਕਿਨ ਬਹਰਹਾਲ ਉਹਨੇ ਇੱਕ ਖਲੀਜ ਹਾਇਲ ਕਰ ਦਿੱਤੀ ਦਰਮਿਆਨ ਮੁਸਲਮਾਨਾਂ ਦੇ ਵਿੱਚ, ਇੱਕ ਐਸੀ ਉਹ ਪੈਦਾ ਕਰ ਦਿੱਤੀ ਹੈ ਬੇਚੈਨੀ ਦੀ, ਇੱਕ ਇਜ਼ਤਰਾਬ ਦੀ ਇੱਕ ਕਰਵਟ ਪੈਦਾ ਕਰਤੀ ਇਸ ਬੰਦੇ ਨੇ ਆਪਣੇ ਉਸ ਸਕੂਤ ਨੂੰ ਤੋੜ ਕੇ ਜਿਹੜਾ ਅਹਿਲੇ ਸੁन्नत ਦਾ 1000 ਸਾਲ ਤੋਂ ਸਕੂਤ ਸੀ। ਅੱਲਾਹ ਨੂੰ ਅਦਾ ਕਰੇ। ਤੁਸੀਂ ਨਾ ਇਹਦੇ ਗੱਲਾਂ ਚ ਰਹੋ। अमर भाई 1 मिनट चाहवागा। मुफती साहब अस्सलाम वालेकुम। जी वालेकुम सलाम। मैं माइक म्यूट किया सी। अच्छा मैं समझ रहा कि शायद मेरी वॉइस डबल हो रही है। नहीं वॉइस डबल नहीं हो रही तो मैं ओपन ही रखना। शायद हो रही है हल्की जी, पर ठीक है। जब दूसरा बंदा बोलता है तो मेरे मन में होसी डिस्टॉर्शन आ रही जी जी। मैं मुफ्ती साहब तुहाडी इजाजत नाल जनाब दे बारे च एक अर्ज करांगा। तुसां एक दफ़ा फरमाया सी कि अज तो जदों तो जितने साल मतलब है कई साल तो जदों तो खत्म नबूवत दे हवाले नाल तुसां खिदमत शुरू कीती है, उस तो पहले यह जिहड़ा मौजू चल रहा सी ना, इस दे तुसी माहिर ते स्पैशलिस्ट हो, यह जिहड़ी हुण अगे गल हो रही सी ते। लेकिन जदों दा इस पासे आए हो तो अल्लाह ताला ने कबूल फरमाया खिदमत खत्म नबूवत दे हवाले नाल, तुसां मुड़ के फिर परत के फिर तक्या ही नहीं। यह ही पक्का कीता है भाई ऐसे ही अल्लाह ताला कबूल रखे। और इसी माशाअल्लाह जदों दे मैं जानना भाई तुसी बिल्कुल ऐसी महारत नाल इसे दी खिदमत कर रहे हो, और कोई होर कदे चीज़ कदे लफ्ज़ सुने ही नहीं तुहाडे जनाब। आप दी यही इसे जी खिदमत नूं अल्लाह ताला जी गुलाम मुर्तज़ा भाई बिल्कुल जी बिल्कुल इंज ही है कि खत्मे नबूवत दे उत्ते काम करन तो पहले, रद्दे कादियानियत करन तो पहले असी इन्हां भाबियां देवबंदियां ते शियां नूं ही उंगलां दिंदे हुंदे सां ते इन्हां दे नाल ही पंगे लैंदे सां। ऐसी कोई सब नूं पता है। ये ते कोई अरसा 20-22 साल हो गए छड़ छड़िया काम, भुल गए हुण ते हवाले भी भुल गए ने। किताबां सारियां पईयां ने, ऐसी कोई गल नहीं, किताबां अजे तक भी पईयां ने, लेकिन कम छड़ छड़े है। अज ज्यादा दूर की जाने, अज ही एक रिजवी साहब की कोई बराड़ सी, उत्थे बैठ मैं 4U ते बह के पहले वेंदा रहा, रंग वेख्या, रंग नहीं वेखी कि करदे की ने। उत्थे जी पोस्टर लाया, पोस्टर ते लिखिया सी देवबंदी और कादियानी सिर्फ नाम का ही फर्क है। मजबूरन मैं 4U ते लाइव दे विच आया, काल नहीं पाई मैं, काल मैनू किसी होर बंदे ने पाई, उन्हां दे किसी मोडीरेटर ने मैनू काल पा दी। मैं टुर गया। मैं जांदे सवाल किया, मैं कहा यार अगर इस जगह के उत्ते यह लिखिया जाए कि बरेलवी और कादियानी में सिर्फ नाम का ही फर्क है, इहदा की जवाब दिओगे? मिसाल है कोई देवबंदी उठ के मुश्तल हो के तुहाडी इस बराड़ तू ओ कोई तुसी ते एक बराड़ लाई, ये कोई 10 बराडां लग जान ते कैसा लगेगा तुहानू? कोई जवाब नहीं, कोई जवाब नहीं। उल्टा जनाब ओ बंदा ऐसा कोई मुतशद्दद किस्म दा, रिजवी नाम दी कोई आईडी सी, रिजवी वैरियर पता नहीं इंज करके वे कोई, तो वो भाई उन्हें तो क्या तेनू भी असीं काफर बना देंगे, तेरे ते कुफर दा फतवा ला देंगे। मैं क्या कमाल हो गई भाई। बहरहाल मैं दोस्तों को फिर समझाया, मैं क्या देखो ऐसा साडा तरीकाकार नहीं है। हाँ किसी एक बंदे च कोई गलती हुई है, उस बंदे नूं तुसीं जरूर मलामत करो, करना तुहाडा हक भी बनता है। मिसाल है भाबियां दे विचों सारे भाबी ते काफर नहीं ना हो गए भाई, कोई एक बंदा उठ के कुफर करदा है, उन्होंने तुसीं जरूर कहो, तुहाडा हक है, तुसीं कह सकदे हो कि उस एक बंदे की वजह तो सारी भाबियत ही खराब हो गई है, गंदी हो गई है, तो गलत काम है। ये तो खुद अल्लाह दा फाज़िल बरेलवी ने फतावा रिज़विया दे विच भी यह गल कीती है कि पूरी जमात नूं असीं नहीं कह सकते। हाँ उस एक फर्द नूं जरूर कवांगे, जिवें वो 5 मौलवियां दे उत्ते फतवा दिता कुफर दा, वो 5 मौलवियां दे उत्ते फतवा है कि ना कि उस जद दे विच सारे ही आ जाणगे। हाँ मन शक्का फी कुफर ही फकद काफर, ओहदे कुफर दे विच जिहड़ा फिर शक करेगा वो भी फिर उस जद विच आएगा, ते उस जद दे विच ते तुहाडे बरेलवी भी फिर आए। उन्हां 5 मौलवियां दे विचों कई मौलवियां नूं बचाउण दी कोशिश तुहाडे बरेलवियां ने भी कीती,
ਤੇ ਉਹ ਬਰੇਲਵੀਆਂ ਦੇ ਉੱਤੇ ਕੁਫਰ ਦਾ ਫਤਵਾ ਲੱਗੇਗਾ, ਫਿਰ ਲਾਜ਼ਮੀ ਲੱਗੇਗਾ। ਤੇ ਬਹਰਹਾਲ ਇਹ ਜਿਹੜਾ ਕੁਫਰ ਤੇ ਇਸਲਾਮ ਖੇਡਣਾ ਨਾ, ਇਹ ਮੁਫਤੀਆਂ ਨੇ ਕਰਾਮ ਤੱਕ ਹੀ ਰਹਿਣ ਦਿਓ। ਤੇ ਬੰਦੇ ਦੇ ਪੁੱਤਰਾਂ ਮੰਗਰਾ ਜਿਹੜਾ ਨਾ ਆਪਣਾ ਇੱਥੇ ਧਿਆਨ ਨਾਲ ਜਿਹੜਾ ਕੰਮ ਹੈ ਨਾ ਉਹ ਕੰਮ ਕਰੋ। ਤੇ ਕੁਫਰ ਸ਼ਿਰਕ ਦੇ ਫਤਵੇ ਜਿਹੜੇ ਨੇ ਨਾ ਉਹ ਤੁਸੀਂ ਮੁਫਤੀਆਂ ਨੇ ਕਰਾਮ ਤੱਕ ਹੀ ਰਹਿਣ ਦਿਓ। ਉਹ ਮੁਫਤੀ ਬਿਹਤਰ ਜਾਣਦੇ ਨੇ, ਉਲਮਾ ਕਰਾਮ ਬਿਹਤਰ ਜਾਣਦੇ ਨੇ ਕਿ ਕਿਹਦੇ ਉੱਤੇ ਫਤਵਾ ਲਾਣਾ ਜਾਂ ਨਹੀਂ। ਔਰ ਅਗਲੀ ਗੱਲ ਇਹ ਵੀ ਹੈ, ਮੈਂ ਥੋੜਾ ਜਿਹਾ ਵਸੀਉ ਜ਼ਰਫ ਜਿਹਾ ਆਦਮੀ ਹਾਂ, ਹੋ ਸਕਦਾ ਮੇਰੀ ਰਾਏ ਦੇ ਨਾਲ ਕੋਈ ਇਖਤਲਾਫ ਕਰੇ, ਮੈਨੂੰ ਇਹਦੇ ਨਾਲ ਕੋਈ ਗਰਜ਼ ਨਹੀਂ, ਮੈਂ ਆਪਣੀ ਜਿਹੜੀ ਗੱਲ ਹੁੰਦੀ ਉਹ ਕਰ ਦਿੰਦਾ ਹੁੰਦਾ, ਕੋਈ ਮੰਨੇ ਨਾ ਮੰਨੇ। हाँ तो कोई फतवा मेरे से भी लगता लगी जाए। वो ये है कि मुफ्ती अगर कोई फतवा दे भी देता है अगर कुफर का, अब जरूरी तो नहीं है कि इन अल्लाह भी वो काफर ही हो, उसने जन्नत में जाना ही जाना है। अल्लाह पाक उस मुफ्ती के फतवे का मुहताज तो नहीं है ना, ठीक है। वो एक राय थी, वो मुफ्ती साहब, फतवे का मतलब भी राय होता है, राय, वो राय दी है उन्होंने। हाँ उनकी राय है, वो राय सही भी हो सकती है, गलत भी हो सकती है। तो वो तुक्का है, तुक्का लग गया ना लगा ना सही है, वो तो क़यामत में फैसले होंगे ना, वो फैसले क़यामत को होंगे। जज़ाकल्लाह। मुफ्ती साहब अस्सलाम वालेकुम। जी वालेकुम। और सब मेरे इसी ज़माने में एक दो सवाल हैं, क्योंकि कादियानी हज़रात से अक्सर आमना सामना होता रहता है, तो उनके पास इल्मी तौर पे तो कोई जवाब नहीं होता, तो वो मौजू को बदलने के लिए फिर इन फतवाजात की तरफ आ जाती है। ये जो अभी आपने बात की है बड़ी अच्छी लगी सुन के, कि ये कुछ मखसूस लोगों के लिए थी। इसमें दो सवाल है, एक तो मुफ्ती साहब इनकी वजाहत, ये जो रेफरेंस है ना, ये एक तो बता दीजिए कि इसकी वजाहत आला हज़रत बरेलवी रहमतुल्लाह ने कहाँ पे की है। वो दूसरा ये बता दें कि मुफ्ती साहब ये जो फतवा होता है ये शख्सियत पे होता है या उसके अमल पे होता है, यानी अगर हम कहें कि फलां आदमी, मुझे इस बारे में कोई इल्म नहीं है। माजरत 100 गज रस्सा ते सिरे दे गंढ, तुसी जिधर टोरदे हो ना पे उधर मैं टुरना कोई नहीं जे है। मैं तुहानू पहले दस दिया ते मैं अपनी इल्मियत दे क्यों ना इनकार कर दिया कि मैनू कोई नहीं पता, समझ आई कि नहीं। तुसी मैनू जाहिल कह लो कि ये चंगा मुफ्ती है, इनू पता ही कख नहीं। मैं इस मामले च जाहिल हाँ भाई, ये साडा मौजू कुछ होर है ते मैनू उधर ना टोरो जिधर तुसी टोरना चाहते, मैं टुरना ही नहीं जे। यकीन जानो जिन्ना भी तुसी धक्का कर लोगे मैनू नहीं ठीक है, मेरा मजाज ही है तो ठीक है। जज़ाकल्लाह। कादिया मैं ते बड़ा चुप हो के सुनिया कि मैं क्या कोई कादियानियत दे बारे कोई सवाल करोगे, कोई है मजा आएगा मेरे मौजू दे मुतलका, होर ही टुर पे हो। और मुफ्ती साहब अस्सलाम वालेकुम। वालेकुम सर मैं अनपढ़ पढ़ा लिखा नहीं, लेकिन मैं ना तकरीबन 1 महीने तो एक जोन है ट्रक्का वाला, उसको सुन रहा था। वो तो कुछ बहुत ही ज्यादा आगे चला गया। उसके बारे में आपका क्या ख्याल है? आपने कभी सुना है या देखा है या नहीं? वो समझ नहीं आ रही, किसी को कोई बात समझ आई है चांद साहब की? मुझे नहीं समझ आई। मैं जरूर कह रहा हूँ कि एक जॉन है ट्रकों वाला, कोई अमेरिका से। जी जी जॉन शाकी। जॉन शाकी। जोल का नहीं मुझे पता, जोल किसको कहते हैं? नाम है उसकी, आईडी का नाम है, वेथियस्ट है वो, मुल्लिद है वो, नहीं है मुसलमान, छोड़ दे उसको। वो मुसलमान नहीं है। आइडिया बनती रहती हैं, आइडियों का क्या है? आइडिया देते सत रंगिया आइडिया ने, आइडिया ते उत्ते नहीं चाहिदा हुंदा। नहीं नहीं हजूर, वो कहता है कि मैं सैयद जात से हूँ, और वो तो इस्लाम को भी झूठा करार कर रहा है। सैयद सारे ही सैयद ही ने। सैयद एक ऐसा लफ्ज है कि सैयद मैं बात सुने, वो कुरान से थोड़ी सी गुफ्तगू मुल्हिदीन का सरदार। तो वो अगर मुल्हिद अपने आप को सैयद कहता है तो कहने दे,
माशाल्लाह, तो वेरी गुड, वेरी गुड, वेरी गुड। मुझे जवाब देने दे, मुझे जवाब देना अभी कंप्लीट नहीं हुआ। माइक जरा म्यूट रखे, माइक म्यूट कर, बीच में बोलेंगे वो मुझे भी भूल जानी है कि मैंने अगली बात कौन सी करनी। तो सैयद कहने दे, जो कहता है कहने दे, आपको क्या सर दर्द है या मुझे क्या सर दर्द है। असल बात ये है कि हमारे पाको हिंद में यानी पाकिस्तान और इंडिया के अंदर जो आले रसूल होते हैं उनको सैयद कहते हैं। असल लफ्ज सैयद, सैयद नहीं, सैयद, या के नीचे जेर आएगी। सैयद कहते हैं गुलाम को, जहां तक मेरा इल्म है। सैयद कहते हैं सरदार को, ठीक है। तो वो सैयद जो होता है वो हमारे यहाँ पाको हिंद में वो कहते हैं कि जो मिन आले रसूल होते हैं, जबकि यही सैयद का लफ्ज अरबों के अंदर चले जाएं, वो अपने बादशाहों को या अपने बड़े सरदारों को, या मतलब कोई एक दुकानदार है, कोई मालक है, तो उसके नीचे काम करने वाले लोग उसको सैयद कहते हैं, ये सैयद है। तो वो ये सैयद का लफ्ज वो अपनी अपनी इस्तिलाहात है, जबकि मेरी मालूमात और इल्म के अंदर आले रसूल के लिए शायद कोई लफ्ज नहीं है, कहीं पर भी कोई एक लफ्ज नहीं है, शायद कुरान और हदीस में भी नहीं है, कहीं पर भी कुछ भी नहीं है। ज्यादा से ज्यादा जो लफ्ज आपको मिलेगा वो अहले बैत का लफ्ज मिलेगा, बस। ना ही कोई शाह साहब मिलना है, ना कोई सैयद साहब मिलना है, ना ही कोई हजरत साहब मिलना है, तो ना पीर साहब मिलना है, ना पीरो मुर्शिद मिलना है, कोई लफ्ज है ही नहीं। मुफ्ती साहब, मेरा करने का मकसद क्या था, आप किधर ले गए। मेरा मकसद सिर्फ यह है कि वो बंदा कुरान की आयत पढ़ता है और उसका तर्जुमा करके वो जो बातें करता है, कुरान के तर्जुमे करने दे, अच्छी बात नहीं करने दे, ये ऐसी बात तो नहीं है ना। वो कह रहा है कि ये भाई मौलवियों देखे ना, कुरान कोई आपकी जगीर थोड़ी है कि भाई मुसलमानों की ही जगीर है, उन्होंने कुरान पढ़ना है और तर्जुमा करना है। भाई जी अल्हम्दुलिल्लाह, वो ना तर्जुमा करें, मैं करने भी दे, आपको मुसलमान क्या हूँ। मसला है। मुफ्ती साहब, मैं जो बात कोई, मैं अनपढ़ हूँ, मैं कुछ सीखने के लिए आया हूँ, कुछ समझने के लिए आया हूँ। आप किसी और चीज के शुरू कर दिया। मैंने कोई और बात नहीं की, आपने कहा ना कि वो एक मुल्हिद है, वो कुरान पढ़ता है और तर्जुमा करता है, तो करने दे मेरे भाई चांद साहब। करने नहीं करने दे, गलत अगर कोई करता है तो करने दे। हाँ गलत, अगर आपके पास इतना इल्म है तो आप उसकी इस्लाह करें कि भाई यहाँ पे जी तर्जुमा ये मैं नहीं बन आपके रहा। पास इसलिए आया तो आपने मुफ्ती लिखा हुआ है ना, मैं तो अनपढ़ हूँ आप अभी इसलिए। कह रहे थे कि मैं अनपढ़ हूँ, मुझे नहीं आता, ऐसा ही है ना। जी ऐसा ही है ना, आप कह रहे थे मैं अनपढ़ हूँ, मुझे कुछ नहीं आता, ऐसा ही है। जी बिल्कुल। आपने कैसे जज कर लिया कि ये कुरान का तर्जुमा गलत कर रहा है। हाँ माशाल्लाह, अभी आए ना लाइन पे। मैंने कैसे आपने जज कैसे किया जज कि कर जब लिया? वहां पे 400-500 बंदा बैठा हुआ था, पाकिस्तानी भी, ज्यादातर पाकिस्तान, वो भी पाकिस्तान से ही है, लेकिन वो बंदा जो भी बात कर रहा था, वो बंदा जितनी भी कर रहा था, उसकी बात करने के अंदर सच्चाई नजर आ रही थी। आप क्या नजर आ रही थी? आप उसके साथ मुआवजा कर सकते हैं। नहीं उसको वो झूठा क्या साबित- नजर आ रही थी? आप उसको झूठा साबित कर सकते हैं। नहीं, मुझे आपने मेरे सवाल का जवाब नहीं दिया, आप बात कहीं और ले गए चांद साहब। मैं कह रहा हूँ, आप एक कह रहे हैं कि मैं जाहिल आदमी हूँ, मुझे कुछ नहीं आता। आप कह रहे हैं कि वो बंदा कुरान का तर्जुमा मुझे तो शक कर नजर रहा आ था, रहा है वो गलत अभी। कर रहा था। हजूर, आपने मुझे- कैसी जांच पड़ताल जी, की? मुझे आपको तो जब आप- कुछ आता ही नहीं है तो आपको कैसे पता चल गया ये तर्जुमा गलत कर रहा है? मैं तो सीख रहा हूँ ना, इसलिए तो मुझे चाहिए कि सच कहाँ है, सच्चाई कहाँ है। वो कह रहा है कि मौलवियों के पीछे मत पड़ो, ये तुम्हें लूट लूट करके खाएंगे। नहीं, जिੱਧਰ लेकिन ਤੁਸੀਂ ਨਾ सच्ची ਜਿੱਧਰ बात ਆਣਾ नहीं ਚਾਹੁੰਦੇ ਹੋ बताएंगे। ਭਾਈ ਮੈਨੂੰ ਪਤਾ ਵੇ, ਸਾਰਾ ਮੈਨੂੰ ਪਤਾ ਵੇ। ਇਹੋ ਹੀ ਸਾਡਾ ਕੰਮ ਹੈ ਚਾਂਦ ਸਾਹਿਬ, ਦਿਨ ਰਾਤ ਇਹੋ ਹੀ ਕੰਮ ਸਾਡੇ ਇਹੋ ਹੀ ਜੇ। ਤੇ ਅਸੀਂ ਡਾਕਟਰ ਆ ਅਸਲ ਚ ਤੁਹਾਡੇ, ਤੇ ਅਸੀਂ ਨਾ ਮਰੀਜ਼ ਦੀ ਤਸ਼ਖੀਸ ਕਰ ਲੈਨੇ ਆ, ਹਜ਼ੂਰ, ਉਹਦੀ ਮੈਂ ਨਬਜ਼ ਇਹੀ ਦੇ ਉੱਤੇ ਜਦੋਂ ਹੱਥ ਟੁਰ ਜਾਂਦਾ ਨਾ ਸਾਡਾ, ਇੰਜ ਕਰਕੇ ਨੱਪ ਲੈਨੇ ਆ, ਤੇ ਸਾਨੂੰ ਜੀ, ਪਤਾ ਹਜ਼ੂਰ, ਚੱਲ ਜਾਂਦਾ ਇਹ- ਬੰਦਾ ਕਿਹੜਾ ਕੀ ਹੈ, ਇਹਦੇ ਹਾਂ, ਢਿੱਡ ਚ ਮਾਸ਼ਾਅੱਲਾ। ਕੀ ਹੈ, ਚਾਹੁੰਦਾ ਕੀ ਇਹ- ਹੈ, ਤੇ ਜੀ, ਇਹ ਮੈਂ ਕਿੱਧਰ ਲੈ ਕੇ ਚਾਹੁੰਦਾ ਜਾਣਾ ਹੀ ਚਾਹੁੰਦਾ ਹੈ ਹਾਂ, ਮੈਂ ਪਿਆ। ਚਾਹੁੰਦਾ ਹੀ ਹਾਂ ਕਿ ਇਹੋ ਹੀ ਤੁਸੀਂ ਸਾਡਾ ਕੰਮ ਹੀ ਹੋਈ। हजूर मुफ्ती हो तो उन्होंने एक बारी ਗੱਲ ਹੈ ਵੇ ਕਿ ਆਪਣੀ ਤੁਸੀਂ ਗੱਲ ਕਰੋ ਨਾ ਕਿ ਭਾਈ ਮੇਰੇ ਇਹ ਇਤਰਾਜ਼ਾਤ ਨੇ, ਇਹ ਮਾਮਲਾਤ ਨੇ, ਤੁਸੀਂ ਐਵੇਂ ਜੋ ਤੇ ਸੁੱਟੋ ਉਧਰ ਸੁੱਟੋ, ਉਹਨੇ ਕਿਹਾ
ਉਹ ਬਈ ਆਪਣੀ ਗੱਲ ਕਰੋ ਨਾ ਬਈ ਮੇਰੀ ਇਹ ਗੱਲ ਤੇ ਉਹਦਾ ਜਵਾਬ ਮੈਂ ਦੇ ਲਓ। ਆਪਣੀ ਕੀ ਗੱਲ ਕਰਾਂ ਮੈਂ ਤੇ ਇਹ ਆਖਣਾ ਉਹਨੇ ਮੈਨੂੰ ਜਿਹੜੀ ਉਹਦੀ ਸੁਣ ਕੇ ਮੈਂ ਕਿਹਾ ਯਾਰ ਇਹ ਤੇ ਬੰਦਾ ਮੁਸਲਮਾਨਾਂ ਨੇ ਵੀ ਉਹ ਆਦਾ ਇਹ ਤੁਸੀਂ ਕੁਰਾਨ ਵੀ ਨਾ ਚੋਰੀ ਕੀਤੇ ਆ ਕੋਈ ਵਹੀ ਨਹੀਂ ਹੁੰਦੀ। ਉਹਨੇ ਕਿਹਾ ਕਿ ਤੁਸੀਂ ਕਹਿੰਦੇ ਹੋ ਉਹਨੇ ਕਿਹਾ ਤੁਸੀਂ ਉਸ ਬੰਦੇ ਨੂੰ ਉਹਨੂੰ ਵਿੱਚੋਂ ਕੱਢੋ ਨਾ ਵਿੱਚੋਂ ਇਹ ਕੰਮ ਇੰਜ ਬੰਨਾ ਕੋ ਨਹੀਂ। ਉਹਨੇ ਕਿਹਾ ਉਹਨੂੰ ਛੱਡੋ ਤੁਸੀਂ ਆਪਣੀ ਗੱਲ ਕਰੋ ਕਿ ਭਾਈ ਇਹ ਗੱਲ। ਸਰ ਜੀ ਮੈਂ ਤਾਂ ਚਾਹੁੰਦਾ ਕਿ ਤੁਸੀਂ ਸੱਚ ਬੋਲਦੇ ਹੋ ਕਿ ਉਹ ਸੱਚ ਬੋਲਦਾ ਮੈਂ ਸਿਰਫ ਇਹ ਸੋਚਣਾ ਚਾਹੁੰਦਾ। ਨਹੀਂ ਤੇ ਉਹ ਮੇਰੇ ਸਵਾਲ ਦਾ ਜਵਾਬ ਤੇ ਫਿਰ ਉੱਥੇ ਹੀ ਰਹਿ ਗਿਆ ਨਾ। ਤੁਸੀਂ ਜੱਜ ਕਿੰਜ ਕੀਤਾ ਸੀ ਕਿ ਕੁਰਾਨ ਤੁਸੀਂ ਤੇ ਅੰਨੇ ਮੈਂ ਜਾਹਿਲ ਹਾਂ ਅਨਪੜ੍ਹ ਤੁਸੀਂ ਆਂਦੇ ਜੀ ਉਹ ਕੁਰਾਨ ਗਲਤ ਪੜ੍ਹਦਾ ਸੀ ਮੈਂ ਤਰਜਮਾ ਗਲਤ ਕਰਦਾ ਸੀ ਤੁਸੀਂ ਕਿੰਜ ਜੱਜ ਕੀਤਾ ਇਹ ਦੱਸੋ ਨਾ ਸਾਨੂੰ। ਇਹ ਦੱਸਿਆ ਫਾਰਮੂਲਾ ਤੁਸੀਂ ਲਾਇਆ ਸੀ ਉਹ ਜਿਹੜੀਆਂ ਪਤਾ ਚੱਲ ਗਿਆ ਜਿਹੜੀ ਕੁਰਾਨ ਕਿਹੜੀ ਖਿੜਕੀ ਖੋਲ ਕੇ ਤੁਸੀਂ ਇੰਜ ਕਰਕੇ ਵੇਖ ਲਿਆ ਕਿ ਕੁਰਾਨ ਦਾ ਤਰਜਮਾ ਗਲਤ ਕਰਦਾ ਜਿਹੜੀ ਕੁਰਾਨ ਦੀ ਜਾਂ ਹਦੀਸ ਦੀ ਗੱਲ ਕਰਦਾ ਸੀ ਉਹ ਮੈਂ ਫਿਰ ਦੁਬਾਰਾ ਜਿੱਥੋਂ ਆਦਾ ਉਹਨੂੰ ਕੋਈ ਗੂਗਲ ਇੱਕ ਕਰ ਆਇਤ ਦੱਸੋ ਕਿ ਕਿਹੜੀ ਆਇਤ ਉਹਨੇ ਪੜ੍ਹੀ ਤੇ ਉਹਦਾ ਤਰਜਮਾ ਕੀਤਾ ਦੱਸੋ। ਹਜ਼ੂਰ ਮੈਂ ਗੰਦੀਆਂ ਕੱਢੋ ਕਿਹੜੀ ਆਇਤ ਮੈਂ ਦੋਨਾਂ ਕਿਹਾ ਮੈਂ ਅਨਪੜ੍ਹ ਮੈਂ ਸਿਰਫ ਔਰ ਸਿਰਫ ਉਹਨਾਂ ਕੋਈ ਇੱਕ ਆਇਤ ਤੇ ਜਿਹਦੇ ਬਾਰੇ ਤੁਸੀਂ ਆਦੇ ਹੋ ਭੇਜਿਆ ਹੁਣ ਤੁਸੀਂ ਕਿਹਾ ਵੇ ਕਲੇਮ ਕੀਤਾ ਜੀ ਉਹ ਬੰਦਾ ਫਲਾਂ ਬੰਦਾ ਕੁਰਾਨ ਗਲਤ ਕਰਦਾ ਸੀ ਪਿਆ ਕੋਈ ਇੱਕ ਆਇਤ ਤੇ ਹੋਏਗੀ ਦੱਸੋ ਤੇ ਸਹੀ ਨਾ। मैं क्या तुसी उधर ना गल कर सकते हो कि नहीं कर सकते मैं दो लफ्ज ही तक उनको ले आए इधर बात कर लेते हैं। ये सच्चा अहमदी एक आप में मौजूद है इनसे पूछ लें। जी सच्चा अहमदी साहब आप कोई रहनुमाई कर गल दें। करो बोला ओ कहदा तलाबे एटे जरूर पांडे पे बोला सीधा तो मेरा इतराज है जी मुफ्ती साहब एदा जवाब दो ए गल होंदी है वो अगर लाइव ते है तो मैं वो शेयर कर देना बुला लो शेयर की करनी जे इत्थे गल करो कराओ जिन्ने करने मैं से करे ना बराड़ नहीं तो नजर हुंदी पई कि ਅਸੀਂ ਉੱਥੇ ਜਾਈਏ ਤੇ ਫਿਰ ਜਾ ਕੇ ਉੱਥੇ ਗੱਲ ਕਰੀਏ ਤੇ ਨਾ ਉਹਨਾਂ ਨੇ ਸਾਨੂੰ ਕਾਲ ਤੇ ਚੱਕਣਾ ਤੇ ਨਾ ਹੀ ਕੋਈ ਗੱਲ ਕਰਨੀ ਤੇ ਨਾ ਕੋਈ ਸੁਰ ਸਵਾਦ ਤੇ ਅਸੀਂ ਮੂੰਹ ਥੱਲੇ ਚੁੱਕ ਕੇ ਬੈਠ ਕੇ ਵਿੰਦੇ ਰਹੀਏ ਬਸ ਹੈ। ਇੱਥੇ ਲਿਆਓ ਨਾ ਜਿੰਨੇ ਕਰਨੀ ਹੈ ਤੇ हाँ इधर ले आओ ए सच्चा अहमदी साहब कौन है सच्चा